ਨਗਾ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਪਰਕਾਸਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਿੱਖ ਆਪਨੇ ਕੀਜੀਏ ਸ਼ੁਭ ਉਪਦੇਸ਼ ਦ੍ਰਿੜਾਏ ਜਸ ਤੁਮਰਾ ਸ਼ਰਵਨਨ ਸੁਨਿਓ ਦਰਸ ਦਿਓ ਅਬ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਦੀਨ ਦੁਨੀਆ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਅੱਜ ਅਸ਼ਟਮ ਬਲਵੀਰਾ ਸਤਿਗੁਰੂ ਬਾਲਾ ਪ੍ਰੀਤਮ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਦਿਹਾੜਾ ਹੈ। ਅੱਜ ਦੇ ਦਿਨ ਦਿੱਲੀ ਦੀ ਧਰਤੀ ਤੇ ਸਤਿਗੁਰੂ ਜੀ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ ਹੈ। ਸੱਚਖੰਡ ਜਾਣ ਤੋਂ ਪਹਿਲਾਂ ਪੰਜ ਪੈਸੇ ਤੇ ਸ਼੍ਰੀ ਫਲ ਭੇਟ ਕਰਦਿਆਂ ਆਪਣੇ ਮੁਖਾਰ ਬਿੰਦ ਚੋਂ ਬਚਨ ਉਚਾਰਨ ਕੀਤਾ, ਬਾਬਾ ਵਸਹੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ।
ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਵੀ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਤੇ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਸਤਿ ਸ੍ਰੀ ਅਕਾਲ। ਗੁਰਤਾ ਗੱਦੀ ਦੇ ਰੱਥ ਤੇ ਸਵਾਰ ਹੋ ਕੇ ਸਤਿਗੁਰੂ 9ਵੇਂ ਪਾਤਸ਼ਾਹ ਜੀ ਨੇ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ। ਭਾਈ ਸਾਹਿਬ ਭਾਈ ਮੱਖਣ ਸ਼ਾਹ ਲੁਬਾਣੇ ਦਾ ਡੁੱਬਦਾ ਬੇੜਾ ਬੰਨੇ ਲਾਇਆ। ਇਸੇ ਕੌਤਕ ਤੋਂ ਪਾਤਸ਼ਾਹ ਇਸੇ ਖੇਡ ਤੋਂ ਸੰਸਾਰ ਦੇ ਵਿੱਚ ਪ੍ਰਗਟ ਹੋ ਗਏ, ਨਹੀਂ ਤਾਂ ਪਿਛਲੇ 26 ਵਰ੍ਹਿਆਂ ਤੋਂ ਬਾਬੇ ਬਕਾਲੇ ਦੀ ਧਰਤੀ ਤੇ ਪਾਤਸ਼ਾਹ ਰੂਪ 'ਚ ਬੈਠੇ ਰਹੇ। ਦੀਨ ਦੁਨੀਆ ਦੇ ਮਾਲਕ ਸਤਿਗੁਰੂ 9ਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਭਰਮਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ। ਬੜੀ ਲੰਮੀ ਯਾਤਰਾ ਕੀਤੀ ਹੈ। ਸਤਿਗੁਰਾਂ ਦੇ ਪਵਿੱਤਰ ਅਸਥਾਨ ਤੇ ਸਾਨੂੰ ਸਾਰਿਆਂ ਨੂੰ ਜੁੜ ਬੈਠ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਕਹਿਣ ਤੇ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇਹਦੇ ਲਈ ਸਤਿਗੁਰੂ 9ਵੇਂ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਕਰੀਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਕਰਦਿਆਂ ਸ਼੍ਰੀ ਰਾਮਚੰਦਰ ਜੀ ਦੀ ਨਗਰੀ ਅਯੁੱਧਿਆ ਵਿੱਚ ਚੱਲ ਕੇ ਆਏ ਹਨ। ਇੱਥੇ ਅਯੁੱਧਿਆ ਵਾਸੀਆਂ ਨਾਲ ਸਤਿਗੁਰਾਂ ਦਾ ਮੇਲ ਮਿਲਾਪ ਹੋਇਆ, ਵਾਰਤਾਲਾਪ ਹੋਈ ਹੈ। 3 ਪ੍ਰਕਾਰ ਦੇ ਗੁਰੂ ਦਾ ਜ਼ਿਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ ਹੈ। ਉਹ ਕਥਾ ਸਾ ਵਿਸਥਾਰ ਸਾਹਿਤ ਪਿਛਲਿਆਂ ਪ੍ਰਸੰਗਾਂ ਵਿੱਚ ਆਪ ਸਾਰਿਆਂ ਨੇ ਸਰਵਣ ਕੀਤੀ ਹੈ। ਅਯੁੱਧਿਆ ਵਾਸੀ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਬੇਨਤੀਆਂ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੱਖ ਆਪਨੇ ਕੀਜੀਏ ਸ਼ੁਭ ਉਪਦੇਸ਼ ਦ੍ਰਿੜਾਏ। ਸਿੱਖਾਂ ਨੇ ਜੋ ਇੱਥੋਂ ਦੇ ਸਿੱਖ ਨਵੇਂ ਮਹਾਰਾਜ ਜੀ ਦੀ ਸਿੱਖੀ ਧਾਰਨ ਕਰਨਾ ਚਾਹੁੰਦੇ ਹਨ, ਅਯੁੱਧਿਆ ਵਾਸੀ ਬੇਨਤੀ ਕਰਦਿਆਂ ਕਹਿੰਦੇ ਨੇ ਸਤਿਗੁਰਾਂ ਨੂੰ, ਮਹਾਰਾਜ ਜੀ ਕਿਰਪਾ ਕਰੋ ਸਾਨੂੰ ਆਪਣੇ ਸਿੱਖ ਬਣਾ ਲਓ। ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕਦੇ ਜਾ ਕੇ ਕਿਸੇ ਨੂੰ ਨਹੀਂ ਕਿਹਾ ਤੁਸੀਂ ਸਾਡੇ ਸਿੱਖ ਬਣੋ। ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਤੇ ਗੁਰਦੇਵ ਦਾ ਉਪਦੇਸ਼ ਹੀ ਐਸਾ ਬਾ ਕਮਾਲ ਸੀ, ਜਿਹੜਾ ਵੀ ਸੁਣਦਾ ਸੀ, ਜਿਹੜਾ ਵੀ ਸਾਹਿਬ ਦੇ ਦਰਸ਼ਨ ਕਰਦਾ ਸੀ, ਹੱਥ ਜੋੜ ਕੇ ਆਪ ਹੀ ਬੇਨਤੀ ਕਰਕੇ ਕਹਿੰਦਾ ਸੀ, ਮਹਾਰਾਜ ਕਿਰਪਾ ਕਰੋ ਸਾਨੂੰ ਆਪਣਾ ਸਿੱਖ ਬਣਾ ਲਓ। ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਸਾਨੂੰ ਆਪਣਾ ਸਿੱਖ ਬਣਾਓ, ਆਪਣਾ ਪਵਿੱਤਰ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਨਿਵਾਜੋ। ਜਸ ਤੁਮਰਾ ਸ਼ਰਵਨਨ ਸੁਨਿਓ ਦਰਸ ਦਿਓ ਅਬਿਆਏ। ਮਹਾਰਾਜ ਜੀ ਅਸੀਂ ਤੁਹਾਡਾ ਜਸ, ਤੁਹਾਡੀ ਸੋਭਾ, ਤੁਹਾਡੀ ਵਡਿਆਈ ਪਹਿਲੋਂ ਸੁਣੀ ਸੀ, ਤੁਹਾਡੀਆਂ ਸਿਫਤਾਂ ਅਸੀਂ ਪਹਿਲੋਂ ਸੁਣੀਆਂ ਹਨ। ਆਪ ਜੀ ਨੇ ਬੜੀ ਵੱਡੀ ਕਿਰਪਾ ਤੇ ਦਇਆ ਕੀਤੀ ਹੈ ਕਿ ਆ ਕੇ ਆਪ ਜੀ ਨੇ ਸਾਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ। ਚੌਪਈ ਤਿਨ ਕੀ ਦੇਖ ਦੀਨਤਾ ਦਿਆਲਾ। ਜਦੋਂ ਇਹਨਾਂ ਨੇ ਬੇਨਤੀ ਕੀਤੀ ਵਿਨਿਮਰਤਾ ਸਹਿਤ, ਇਹਨਾਂ ਦੀ ਦੀਨਤਾਈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖੀ। ਦੇਤ ਪਏ ਉਪਦੇਸ਼ ਰਸਾਲਾ। ਰਸ ਭਰਿਆ ਪਵਿੱਤਰ ਉਪਦੇਸ਼ ਜਿਹਦੇ ਚ ਭਗਤੀ ਦਾ ਰਸ ਹੈ,
ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਰਸ ਹੈ। ਐਸਾ ਪਵਿੱਤਰ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਬਖਸ਼ਿਸ਼ ਕਰਕੇ ਨਿਵਾਜਣ ਲੱਗੇ। ਜਗਤ ਜਾਨੀਏ ਹਿਰਦੇ ਅਨਿੱਤਾ। ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ, ਆਖਿਆ ਭਾਈ ਸੁਣੋ, ਆ ਜਿਹੜਾ ਜਗਤ ਹੈ ਇਹ ਅਨਿੱਤ ਹੈ, ਇਹ ਸदैवी ਨਹੀਂ ਹੈ। ਅਨਿੱਤ ਕਿਸ ਨੂੰ ਕਹਿੰਦੇ ਨੇ? ਜਿਹੜਾ ਨਿਤ ਨਾ ਹੋਵੇ, ਜਿਹੜਾ ਸदैवी ਨਾ ਹੋਵੇ, ਜਿਹੜਾ ਸਦਾ ਨਾ ਰਹੇ, ਉਹਨੂੰ ਅਨਿੱਤ ਕਹਿੰਦੇ ਆ। ਕਲਗੀਧਰ ਜੀ ਵੀ ਲਿਖਦੇ ਆ ਨਾ ਕਿ ਆ ਸੰਸਾਰ ਤੇ ਆ ਦੇਹ ਅਨਿੱਤ ਹੈ, ਦੇਹ ਅਨਿੱਤ ਨਾ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਇਹ ਸੰਸਾਰ ਅਨਿੱਤ ਹੈ, ਨਾਸ਼ਵਾਨ ਹੈ, ਇਹ ਆਪਣੇ ਮਨ ਵਿੱਚ ਜਾਣ ਲਓ। ਸਤਿਨਾਮ ਸਿਮਰੋ ਨਿਤ ਚਿੱਤਾ। ਔਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਹੈ ਉਹਨੂੰ ਸਿਮਰੋ। ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦਾ ਭਜਨ ਕਰਿਆ ਕਰੋ, ਵੱਧ ਤੋਂ ਵੱਧ ਇਹਦਾ ਅਭਿਆਸ ਕਰਿਆ ਕਰੋ। ਮਨ ਰੋਕਨ ਕੋ ਕਰ ਅਭਿਆਸਾ। ਔਰ ਜਾਪ ਜਪਦਿਆਂ ਜਪਦਿਆਂ ਮਨ ਨੂੰ ਰੋਕਣ ਦਾ ਅਭਿਆਸ ਕਰਨਾ। ਮਨ ਭਜਦਾ ਹੈ, ਜਦੋਂ ਅਸੀਂ ਵਾਹਿਗੁਰੂ 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 ਕਰਾਂਗੇ ਮਨ ਉਦੋਂ ਵੀ ਨੱਠਦਾ। ਸਿਮਰਨ ਵਿੱਚ ਬੈਠੋਗੇ ਮਨ ਉਦੋਂ ਵੀ ਭਜਦਾ ਹੈ। ਮਹਾਰਾਜ ਜੀ ਕਹਿੰਦੇ ਜਦੋਂ ਭੱਜਣ ਲੱਗੇ ਇਹਨੂੰ ਮੋੜ ਮੋੜ ਕੇ ਸ਼ਬਦ ਵਿੱਚ ਲਿਆਉਣਾ, ਇਹਨੂੰ ਰੋਕਣ ਦਾ ਅਭਿਆਸ ਕਰਨਾ। ਇਹਨੂੰ ਅਭਿਆਸ ਕਹਿੰਦੇ। ਆਪਾਂ ਕਹਿੰਦੇ ਆ ਨਾ ਜੀ ਫਲਾਣਾ ਗੁਰਸਿੱਖ ਬੜਾ ਅਭਿਆਸੀ ਹੈ, ਫਲਾਣਾ ਗੁਰਸਿੱਖ ਨਾਮ ਦਾ ਅਭਿਆਸ ਕਰਦਾ। ਤੋ ਨਾਮ ਦਾ ਅਭਿਆਸ ਇਹ ਹੀ ਹੈ ਵੀ ਵਾਹਿਗੁਰੂ 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 ਕਰਦਿਆਂ ਮਨ ਨੂੰ ਰੋਕਣਾ। ਇਹ ਭਜਦਾ, ਇਹਨੂੰ ਫਿਰ ਰੋਕਣਾ। ਮਨ ਨੂੰ ਰੋਕਣ ਦਾ ਪੁਨः ਪੁਨः ਅਭਿਆਸ ਕਰਨਾ ਹੈ। ਹੋਵੇ ਤੁਮਕੋ ਪ੍ਰਾਪਤ ਸੁਖ ਰਾਸਾ। ਜਦੋਂ ਆਪਣਾ ਮਨ ਰੋਕੋਗੇ, ਮਨ ਰੋਕਣ ਦਾ ਅਭਿਆਸ ਕਰੋਗੇ, ਸਿਮਰਨ ਅਭਿਆਸ ਕਰੋਗੇ ਤਾਂ ਮਹਾਰਾਜ ਜੀ ਕਹਿੰਦੇ ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ। ਸੁੱਖਾਂ ਦੀ ਜਿਹੜੀ ਪੂੰਜੀ ਹੈ ਉਹ ਤੁਹਾਨੂੰ ਪ੍ਰਾਪਤ ਹੋਵੇਗੀ। ਜਬਈ ਜਗਤ ਅਸਤ ਪਛਾਨੋ। ਜਦੋਂ ਤੁਸੀਂ ਇਸ ਜਗਤ ਨੂੰ ਅਸਤ ਕਰਕੇ ਪਛਾਣੋਗੇ ਕਿ ਇਹ ਜਗਤ ਅਸਤ ਹੈ, ਇਹ ਜਗਤ ਸदैवी ਨਹੀਂ ਹੈ, ਇਹ ਨਸ਼ਵਰ ਤੇ ਨਾਸ਼ਵਾਨ ਹੈ, ਜਦੋਂ ਤੁਸੀਂ ਸੰਸਾਰ ਨੂੰ ਅਸਤ ਰੂਪ ਕਰਕੇ ਵੇਖੋਗੇ, ਮਨ ਸੰਕਲਪ ਸੁਖੈ ਨੰਗਹਾਨੋ। ਫਿਰ ਜਿਹੜੇ ਮਨ ਦੇ ਸੰਕਲਪ ਨੇ ਉਹ ਸੁਖੈਨ ਹੀ ਨਸ਼ਟ ਹੋ ਜਾਣਗੇ। ਜਦੋਂ ਸੰਸਾਰ ਨੂੰ ਨਾਸ਼ਵਾਨ ਸਮਝੋਗੇ ਫਿਰ ਫੁਰਨਾ ਹੀ ਨਹੀਂ ਉੱਠਣਾ ਕੋਈ, ਫਿਰ ਫੁਰਨਾ ਉੱਠੇਗਾ ਤੇ ਨਾਸ਼ ਹੋ ਜਾਏਗਾ। ਇਦਾਂ ਕਹਿੰਦੇ ਮਨ ਦੇ ਜਿਤਨੇ ਸੰਕਲਪ ਵਿਕਲਪ ਨੇ ਉਹ ਸਾਰੇ ਨਸ਼ਟ ਭ੍ਰਸ਼ਟ ਹੋ ਜਾਣਗੇ। ਇਸ ਪ੍ਰਕਾਰ ਕੋ ਦੇ ਉਪਦੇਸ਼ਾ। ਐਸਾ ਪਵਿੱਤਰ ਉਪਦੇਸ਼ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਅਯੁੱਧਿਆ ਵਾਸੀਆਂ ਨੂੰ ਦਿੱਤਾ ਹੈ। ਆਗੇ ਗਮਨ ਕੀਨ ਜਗਤੇਸ਼ਾ। ਜਗਤ ਦੇ ਈਸ਼ਵਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਅੱਗੇ ਵਧੇ ਹਨ। ਕਾਸ਼ੀ ਵਿਖੇ ਜਾਏ ਕੀਏ ਡੇਰਾ। ਹਿੰਦੁਸਤਾਨ ਦੀਆਂ ਪ੍ਰਸਿੱਧ ਨਗਰੀਆਂ ਚੋਂ ਵਿਦਿਆ ਦੀ ਮਹਾਨ ਮਾਰਤੰਡ ਨਗਰੀ ਕਹੀ ਜਾਣ ਵਾਲੀ ਕਾਸ਼ੀ, ਬਨਾਰਸ, ਵਾਰਾਣਸੀ, ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਾਸ਼ੀ ਆਏ ਨੇ, ਬਨਾਰਸ ਪਹੁੰਚੇ ਹਨ। ਤਟ ਸੁਰ ਸਰਜੈ ਸੁੰਦਰ ਹੀਰਾ। ਜਿੱਥੇ ਗੰਗਾ ਨਦੀ ਵਗਦੀ ਹੈ, ਗੰਗਾ ਦੇ ਕਿਨਾਰੇ ਅਨੇਕਾਂ ਘਾਟ ਨੇ, ਜਿਸ ਨੂੰ ਸ਼ਿਵ ਦੀ ਨਗਰੀ ਕਿਹਾ ਜਾਂਦਾ ਹੈ। ਬੜੀ ਪਵਿੱਤਰ ਨਗਰੀ ਮੰਨੀ ਜਾਂਦੀ ਹੈ ਹਿੰਦੂ ਵੀਰਾਂ ਵੱਲੋਂ ਬਨਾਰਸ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇੱਥੇ ਚਰਨ ਪਾਏ ਨੇ। ਫਿਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਚਰਨ ਪਾਏ ਹਨ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਗੁਰੂ ਘਰ ਦੇ ਮਹਾਨ ਪ੍ਰਚਾਰਕ ਵੇਦ ਵਿਆਸ ਭਾਈ ਗੁਰਦਾਸ ਜੀ ਕਾਸ਼ੀ 'ਚ ਰਹਿ ਕੇ, ਜਿੱਥੇ ਚੇਤਨ ਮੱਠ ਭਾਈ ਗੁਰਦਾਸ ਜੀ ਦਾ ਸਥਾਨ ਹੈ, ਗੁਰਸਿੱਖੀ ਦਾ ਬੜਾ ਪ੍ਰਚਾਰ ਪ੍ਰਸਾਰ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਲੰਮਾ ਸਮਾਂ ਇੱਥੇ ਰਹੇ ਹਨ। ਕਲਗੀਧਰ ਸੁਆਮੀ ਦੇ ਵੀ ਇੱਥੇ ਚਰਨ ਪਏ ਹਨ। ਸੋ ਬਨਾਰਸ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਹਨ। ਅਤਸ਼ੈ ਉਜਲ ਨੀਰ ਤਰੰਗਾ। ਜਿੱਥੇ ਗੰਗਾ ਨਦੀ ਵਗਦੀ ਹੈ, ਸੁਰਸਰੀ ਜਿਸ ਨੂੰ ਕਹਿੰਦੇ ਨੇ, ਸੁਰਸਰੀ,
ਸੁਰਸਰੀ ਦਾ ਮਤਲਬ ਦੇਵ ਨਦੀ, ਦੇਵਤਿਆਂ ਦੀ ਨਦੀ ਕਹੀ ਜਾਣ ਵਾਲੀ ਉਜਵਲ ਨਦੀ ਗੰਗਾ ਦਾ ਉਜਵਲ ਜਲ ਵਗਦਾ ਹੈ। ਸਤਨਾਮ ਕੋ ਜਸ ਜਨ ਚੰਗਾ। ਔਰ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਸ ਚੰਗਾ ਲੱਗਦਾ ਹੈ, ਜਿਵੇਂ ਤੀਰਥ ਇਸ਼ਨਾਨੀਆਂ ਨੂੰ ਗੰਗਾ ਭਾਉਂਦੀ ਹੈ, ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਜਸ ਚੰਗਾ ਲੱਗਦਾ ਹੈ। ਉਤੇ ਤਹਾਂ ਜੇ ਪੰਡਿਤ ਪਾਰੀ। ਬੜੇ ਬੜੇ ਵਿਦਵਾਨ ਪੰਡਤ ਕਾਸ਼ੀ 'ਚ ਰਹਿੰਦੇ ਹਨ। ਬਨਾਰਸ ਵਿਦਵਾਨਾਂ ਦੀ ਬੜੀ ਪ੍ਰਸਿੱਧ ਨਗਰੀ ਸੀ। ਵਿਦਿਆ ਇੱਥੇ ਸ਼ਾਸਤਰਾਂ ਦਾ ਅਧਿਐਨ ਕੀਤਾ ਜਾਂਦਾ ਸੀ, ਵੇਦ ਪੜ੍ਹੇ ਪੜ੍ਹਾਏ ਜਾਂਦੇ ਸਨ। ਬੜੇ ਬੜੇ ਵਿਦਵਾਨ ਪੰਡਤ ਇੱਥੇ ਰਹਿੰਦੇ ਹਨ। ਸੁਨ ਕਰ ਸੁਧ ਤਿਨ ਸ਼੍ਰੋਨ ਮਝਾਰੀ। ਬਨਾਰਸ ਦੇ ਇਹਨਾਂ ਪੰਡਤਾਂ ਨੇ, ਜਿਹੜੇ ਬੜੇ ਵਿਦਵਾਨ ਪੰਡਤ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਸੁਣੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਬਾਰੇ ਸੁਣਿਆ ਹੈ। ਮਿਲ ਕਰ ਸਭਈ ਆਪਸ ਮਾਈ। ਬੜੇ ਬੜੇ ਵਿਦਵਾਨ ਪੰਡਤ, ਪੜ੍ਹੇ ਲਿਖੇ ਪੰਡਤ ਸਨ। ਇਹ ਆਪਸ ਵਿੱਚ ਮਿਲ ਕੇ ਇਕੱਠੇ ਹੋ ਕੇ ਆਵਨ ਪੀ ਤਿਆਰ ਹਰ ਖਾਈ। ਇਹ ਤਿਆਰ ਹੋ ਕੇ ਬੜੀ ਖੁਸ਼ੀ ਨਾਲ, ਬੜੇ ਚਾਅ ਨਾਲ ਆਏ ਹਨ। ਪੂਰਨ ਸੰਤ ਸੁਨਤ ਥੇ ਜਾਂ ਕੋ। ਕਿਉਂਕਿ ਇਹਨਾਂ ਵਿੱਚ, ਕਿਉਂਕਿ ਸਾਰੇ ਮਾਨੀ ਨਹੀਂ ਸੀ, ਕੁਝ ਪੰਡਤ ਐਸੇ ਵੀ ਸਨ ਜਿਹੜੇ ਆਪਣੇ ਸਵੈ ਰੂਪ ਨੂੰ ਜਾਣਨ ਦੇ ਅਭਿਲਾਖੀ ਸੀ, ਪੜ੍ਹੇ ਹੋਏ ਸੀ, ਵਿਦਵਾਨ ਸੀ, ਪਰ ਆਪਣਾ ਨਿਜ ਸਰੂਪ ਨਹੀਂ ਸਨ ਜਾਣਦੇ। ਬਹੁਤੇ ਪੰਡਤ ਹੰਕਾਰੀ ਵੀ ਸਨ, ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਭਲੇ ਵੀ ਸਨ। ਇਹਨਾਂ ਵਿੱਚ ਉਹ ਪੰਡਤ ਆਏ ਨੇ ਜਿਹੜੇ ਕਿਸੇ ਮਹਾਂਪੁਰਸ਼ ਮਹਾਤਮਾ ਬਾਰੇ ਸੁਣਦੇ ਸੀ ਤੇ ਉਹਦੇ ਦਰਸ਼ਨਾਂ ਨੂੰ ਜਾਂਦੇ ਸਨ। ਜਦੋਂ ਇਹਨਾਂ ਨੂੰ ਪਤਾ ਲੱਗਦਾ ਸੀ ਕੋਈ ਮਹਾਤਮਾ ਬਨਾਰਸ ਵਿੱਚ ਆਇਆ, ਕੋਈ ਸੰਤ ਆਇਆ ਹੈ, ਤਾਂ ਇਹਨਾਂ ਨੇ ਜਾ ਕੇ ਉਹਦੇ ਦਰਸ਼ਨ ਕਰਨੇ, ਉਹਨਾਂ ਦੇ ਨਾਲ ਜਾ ਕੇ ਗੁਫ਼ਤਗੂ ਕਰਨੀ, ਵਾਰਤਾਲਾਪ ਕਰਨੀ। ਇਸ ਭਾਵਨਾ ਸਹਿਤ ਹੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ ਹਨ। ਦਰਸ਼ਨ ਕਰੇ ਚਲੋ ਅਬ ਤਾਂ ਕੋ। ਇਹਨਾਂ ਨੂੰ ਪਤਾ ਲੱਗਾ ਕਿ ਕੋਈ ਪੂਰਨ ਵਲੀ ਮਹਾਂਪੁਰਸ਼ ਮਹਾਤਮਾ ਸਾਡੇ ਨਗਰ ਵਿੱਚ ਆਏ ਨੇ, ਗੁਰੂ ਨਾਨਕ ਸਾਹਿਬ। ਚਲੋ ਚੱਲ ਕੇ ਉਹਨਾਂ ਦੇ ਦਰਸ਼ਨ ਕਰੀਏ। ਨਰ ਬ੍ਰਿੰਦਨ ਸੋ ਪੰਡਿਤ ਆਏ। ਕਈ ਇਹਨਾਂ ਦੇ ਨਾਲ ਜਿਹੜੇ ਬਨਾਰਸ ਦੇ ਰਹਿਣ ਵਾਲੇ ਲੋਕ ਸਨ, ਵਸਿੰਦੇ ਸਨ, ਉਹ ਵੀ ਆਏ। ਇਹ ਚੰਗੇ ਚੰਗੇ ਵਿਦਵਾਨ ਪੰਡਤ ਵੀ ਚੱਲ ਕੇ ਆਏ। ਸ਼੍ਰੀ ਗੁਰੇ ਆਗੇ ਸੀਸ ਨਿਵਾਏ। ਦੇਨ ਦੁਨੀਆ ਦੇ ਵਾਲੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਸ ਆ ਕੇ ਇਹਨਾਂ ਨੇ ਸਾਰਿਆਂ ਨੇ ਆ ਕੇ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ। ਧਰ ਉਰ ਸ਼ਰਧਾ ਕੋ ਟਿਗ ਬੈਸੇ। ਸਤਿਗੁਰਾਂ ਤੇ ਸ਼ਰਧਾ ਧਾਰਨ ਕਰਕੇ, ਭਾਵਨਾ ਧਾਰਨ ਕਰਕੇ ਮਹਾਰਾਜ ਜੀ ਦੇ ਸਨਮੁਖ, ਜਿੱਥੇ ਪਾਤਸ਼ਾਹ ਬੈਠੇ ਨੇ, ਸਤਿਗੁਰਾਂ ਦੇ ਸਨਮੁਖ ਆਣ ਕੇ ਬੈਠ ਗਏ। ਪ੍ਰਸ਼ਨ ਕੀਨ ਮਿਲ ਕੈ ਤਬ ਐਸੇ। ਇਹਨਾਂ ਨੇ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਸਵਾਲ ਕੀਤਾ। ਦੋਹਰਾ ਵੇਦ ਸ਼ਾਸਤਰ ਨਿਤ ਪ੍ਰਤ ਪੜਤ ਸੁਨਤ ਸਦਾ ਬੇਵਹਾਰ। ਕਹਿਣ ਲੱਗੇ, ਮਹਾਰਾਜ ਅਸੀਂ ਵੇਦ ਪੜ੍ਹਦੇ ਹਾਂ, ਸ਼ਾਸਤਰ ਪੜ੍ਹੇ ਨੇ ਅਸੀਂ ਬਹੁਤ, ਉਹਨਾਂ ਸ਼ਾਸਤਰਾਂ ਦਾ ਅਧਿਐਨ ਕੀਤਾ, ਬੜੇ ਬੜੇ ਟੀਕਾਕਾਰਾਂ ਦੇ ਟੀਕਾ ਪੜ੍ਹੇ ਨੇ, ਵੇਦ ਭਾਸ਼ਿਆ ਪੜ੍ਹੇ ਹਨ, ਸ਼ੰਕਰਾਚਾਰਿਆ ਭਾਸ਼ਿਆ ਪੜ੍ਹੇ ਹਨ, ਬਹੁਤ ਸਾਰੇ ਸ਼ਾਸਤਰ, ਮੀਮਾਂਸਾ, ਨਿਆਏ, ਸਾਂਖ, ਵੇਦਾਂਤ, ਯੋਗ, ਬਹੁਤ ਸਾਰੇ ਗ੍ਰੰਥਾਂ ਦਾ ਅਸੀਂ ਅਧਿਐਨ ਕੀਤਾ ਤੇ ਕਰਦੇ ਵੀ ਹਾਂ। ਹਮ ਉਰ ਸ਼ਾਂਤ ਨ ਆਵਈ ਮਿਟਤ ਨਹੀਂ ਹੰਕਾਰ। ਮਹਾਰਾਜ ਜੀ ਇਤਨਾ ਕੁਝ ਪੜ੍ਹਨ ਦੇ ਬਾਵਜੂਦ ਵੀ ਸਾਡੇ ਮਨਾਂ ਨੂੰ ਟਿਕਾ ਨਹੀਂ ਮਿਲਦਾ। ਮਹਾਰਾਜ ਸਾਡੇ ਮਨਾਂ ਨੂੰ ਸ਼ਾਂਤੀ ਨਹੀਂ ਮਿਲਦੀ, ਕੀ ਕਰੀਏ? ਪੜ੍ਹਦੇ ਹਾਂ, ਬੜੇ ਸਾਰੇ ਗ੍ਰੰਥ ਪੜ੍ਹੇ ਨੇ, ਬੜੇ ਸਾਰੇ ਸ਼ਾਸਤਰ ਪੜ੍ਹੇ ਨੇ, ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਹੈ, ਬੜੇ ਬੜੇ ਮਹਾਂਪੁਰਸ਼ਾਂ ਦੇ ਲਿਖੇ ਗ੍ਰੰਥ ਪੜ੍ਹੇ ਨੇ ਮਹਾਰਾਜ, ਪਰ ਸਾਡੇ ਮਨਾਂ ਨੂੰ ਸ਼ਾਂਤੀ ਨਹੀਂ ਮਿਲਦੀ, ਸਾਡੇ ਮਨ ਸ਼ਾਂਤ ਨਹੀਂ ਹੁੰਦੇ। ਇਹਦਾ ਉਪਾਅ ਕੀ ਕਰੀਏ? ਚੌਪਈ ਸੁਨ ਕਰ ਬੋਲੇ ਸ਼੍ਰੀ ਗੁਣ ਖਾਨੀ। ਜਦੋਂ ਇਹਨਾਂ ਵੇਦ ਪਾਠੀ ਪੰਡਤਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਪੰਡਤ ਗੁਨੋ ਹਮਾਰੀ ਬਾਣੀ। ਮਹਾਰਾਜ ਜੀ ਕਹਿਣ ਲੱਗੇ, ਪੰਡਤ ਜੀ ਜੋ ਅਸੀਂ ਕਹਿਣ ਲੱਗੇ ਹਾਂ,
ਧਿਆਨ ਨਾਲ ਇਹਦੇ ਤੇ ਵਿਚਾਰ ਕਰਿਓ। ਗੁਣੋਂ ਦਾ ਮਤਲਬ ਹੁੰਦਾ ਵਿਚਾਰ ਕਰਨੀ। ਮਹਾਰਾਜ ਜੀ ਕਹਿੰਦੇ ਜੋ ਆਖਣ ਲੱਗੇ ਆ, ਕਹਿਣ ਲੱਗੇ ਆ, ਇਹਦੇ ਬਾਰੇ ਚੰਗੀ ਤਰ੍ਹਾਂ ਵਿਚਾਰ ਕਰਿਓ। ਅੰਤਰ ਖੋਟ ਨਿਰੰਤਰ ਧਰਈ। ਜਦੋਂ ਤੱਕ ਮਨੁੱਖ ਆਪਣੇ ਅੰਦਰ ਖੋਟ ਰੱਖਦਾ ਹੈ, ਹਿਰਦਾ ਖੋਟਾ ਰੱਖਦਾ ਹੈ, ਮਨ ਵਿੱਚ ਖੋਟ ਰੱਖਦਾ ਹੈ, ਨਿਰੰਤਰ ਇੱਕ ਰਸ ਕੈਸੀ ਪਾਵੋ ਵੇਦ ਕੁਚਰਈ। ਤੇ ਜਿਹੜੇ ਵੇਦ ਉਚਾਰਦੇ ਨੇ ਫਿਰ ਉਹਨਾਂ ਦਾ ਕਿਹਾ ਹੋਇਆ ਕਿਵੇਂ ਪ੍ਰਾਪਤ ਹੋਵੇਗਾ ਜੇ ਮਨ 'ਚ ਖੋਟ ਹੈ। ਬਾਹਰੋਂ ਰਸਨਾ ਤੋਂ ਤੁਸੀਂ ਵੇਦ ਪੜ੍ਹੀ ਜਾਓ, ਉਹਨਾਂ ਵੇਦਾਂ 'ਚ ਜੋ ਕਿਹਾ ਉਹ ਕਿਵੇਂ ਮਿਲੇਗਾ ਜੇ ਤੁਸੀਂ ਆਪਣੇ ਮਨ ਵਿੱਚ ਖੋਟ ਧਾਰਨ ਕੀਤੀ ਹੋਈ ਹੈ। ਵਿਖੇ ਵਿਕਾਰ ਲਾਲਸਾ ਬਾਡੀ। ਜਦੋਂ ਤੱਕ ਹਿਰਦੇ ਵਿੱਚ, ਮਨ ਵਿੱਚ ਵਿਸ਼ਿਆਂ ਤੇ ਵਿਕਾਰਾਂ ਦੀ ਲਾਲਸਾ ਵਧੀ ਹੋਈ ਹੈ, ਜਦੋਂ ਤੱਕ ਇਹ ਮਨ ਵਿਕਾਰ ਚਿਤਵਦਾ ਹੈ, ਵਿਸ਼ਿਆਂ ਨੂੰ ਚਿਤਵਦਾ ਹੈ, ਸ਼ਾਂਤ ਬੁੱਧ ਉਰ ਬਾਹਰ ਠਾਂਡੀ। ਉਦੋਂ ਤੱਕ ਜਿਹੜੀ ਸ਼ਾਂਤ ਵਾਲੀ, ਸ਼ਾਂਤੀ ਵਾਲੀ ਬੁੱਧੀ ਹੈ ਉਹਦਾ ਬਾਹਰ ਖਲੋਤੀ ਰਹਿੰਦੀ ਹੈ। ਜਦੋਂ ਤੱਕ ਅੰਦਰ ਵਿਸ਼ੇ ਵਿਕਾਰਾਂ ਦੀ ਪ੍ਰੀਤ ਹੈ, ਉਦੋਂ ਤੱਕ ਸ਼ਾਂਤੀ ਕਿਵੇਂ ਆਵੇਗੀ ਪੰਡਤ ਜੀ? ਸਾਰੇ ਪੰਡਤ ਬੈਠੇ ਸੀ। ਮਹਾਰਾਜ ਪੰਡਤੋ ਉਦੋਂ ਤੱਕ ਕਿਵੇਂ ਸ਼ਾਂਤੀ ਆਵੇਗੀ? ਸ਼ਾਂਤੀ ਤਾਂ ਬਾਹਰ ਖਲੋਤੀ ਰਹੇਗੀ। ਜਦੋਂ ਤੱਕ ਹਿਰਦਾ ਵਿਸ਼ਿਆਂ ਵਿਕਾਰਾਂ ਵਿੱਚ ਲੱਗਾ ਹੋਇਆ ਹੈ, ਹਿਰਦਾ ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ, ਹੰਕਾਰ ਕਰਕੇ ਸੜ ਰਿਹਾ ਹੈ, ਉਦੋਂ ਫਿਰ ਕਿਵੇਂ ਸ਼ਾਂਤੀ ਆਵੇਗੀ? ਪੜੋ ਸੁਨੋ ਸਭ ਲੋਕ ਦਿਖਾਵਾ। ਤੁਸੀਂ ਵੇਦ ਪੜ੍ਹਦੇ ਹੋ, ਸ਼ਾਸਤਰ ਪੜ੍ਹਦੇ ਹੋ, ਸੁਣਾਉਂਦੇ ਹੋ, ਪੜ੍ਹਾਉਂਦੇ ਵੀ ਹੋ, ਇਹ ਸਭ ਕੁਝ ਤੁਸੀਂ ਲੋਕਾਂ ਨੂੰ ਵਿਖਾਉਣ ਵਾਸਤੇ ਕਰਦੇ ਹੋ। ਸਾਸਤ ਵੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ। ਸੁਣ ਪੰਡਤ ਕਰਮਾਕਾਰੀ। ਮਹਾਰਾਜ ਜੀ ਕਹਿੰਦੇ ਭਾਈ ਇਹ ਜਿਹੜੇ ਸ਼ਾਸਤਰ ਪੜ੍ਹਦੇ ਹੋ, ਵੇਦ ਪੜ੍ਹਦੇ ਹੋ, ਇਹ ਕੇਵਲ ਲੋਕਾਂ ਨੂੰ ਵਿਖਾਉਣ ਵਾਸਤੇ ਪੜ੍ਹ ਰਹੇ ਹੋ। ਅਸ ਕੈ ਪੁਨ ਇੱਕ ਸ਼ਬਦ ਇਲਾਵਾ। ਜਦੋਂ ਤੱਕ ਵਿਖਾਵੇ ਲਈ ਪੜੋਗੇ ਉਦੋਂ ਤੱਕ ਮਨ ਸ਼ਾਂਤ ਕਿਵੇਂ ਹੋਵੇਗਾ? ਮਨ ਦੀ ਸ਼ਾਂਤੀ ਉਦੋਂ ਤੱਕ ਕਿਵੇਂ ਆਵੇਗੀ ਜਦੋਂ ਤੱਕ ਵਿਖਾਵਾ ਕਰਕੇ ਪੜੋਗੇ। ਕਰਮ ਧਰਮ ਪਾਖੰਡ ਜੋ ਦਿਸਹਿ, ਤਿਨ ਜਮ ਜਾਗਾਤੀ ਲੁੱਟੈ। ਜਿਹੜੇ ਕਰਮ ਧਰਮ ਵਿਖਾਵੇ ਕਰਕੇ ਕੀਤੇ ਜਾਣ ਉਹਨਾਂ ਨੂੰ ਤਾਂ ਜਮਾ ਨਹੀਂ ਖੋਹ ਲੈਣਾ, ਉਹਦੇ ਨਾਲ ਗੱਲ ਨਹੀਂ ਬਣਨੀ, ਉਹਦੇ ਨਾਲ ਕਲਿਆਣ ਨਹੀਂ ਹੋਣੀ। ਇਹ ਕਹਿ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ, ਜੋ ਮੇਰੇ ਸਾਹਿਬ ਦੇ ਪਾਕ ਪਵਿੱਤਰ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਆਤਮਾ ਵਿੱਚ ਜਿਹੜਾ ਸ਼ਬਦ ਉਤਰਿਆ ਹੈ ਨਿਰੰਕਾਰ ਅਕਾਲ ਪੁਰਖ ਦੇ ਦੇਸ਼ ਵਿੱਚੋਂ, ਉਹ ਪਾਵਨ ਸ਼ਬਦ ਮਹਾਰਾਜ ਜੀ ਨੇ ਮੁਖੋਂ ਉਚਾਰਨ ਕੀਤਾ ਹੈ। ਲਾਗੇ ਬੈਠੇ ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ। ਤੇ ਭਾਈ ਮਰਦਾਨੇ ਨੇ ਸ੍ਰੀ ਰਾਗ ਵਿੱਚ ਰਾਗ ਨੂੰ ਅਲਾਪਿਆ ਹੈ, ਸ੍ਰੀ ਰਾਗ ਵਿੱਚ ਆਪਣੀ ਰਬਾਬ ਨੂੰ ਵਜਾਇਆ। ਤੇ ਗੁਰੂ ਬਾਬਾ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਇਹਨਾਂ ਸਮੂਹ ਪੰਡਤਾਂ ਦੇ ਹਿਰਦਿਆਂ ਨੂੰ ਸ਼ਾਂਤ ਕਰਨ ਵਾਸਤੇ ਇਹ ਪਾਵਨ ਪਵਿੱਤਰ ਉਪਦੇਸ਼ ਉਚਾਰਨ ਕੀਤਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ। ਪਾਤਸ਼ਾਹ ਨੇ ਰਾਗ ਸ੍ਰੀ ਰਾਗ ਵਿੱਚ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕੀਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਸ੍ਰੀ ਰਾਗ ਮਹੱਲਾ ਪਹਿਲਾ, ਸ੍ਰੀ ਰਾਗ ਹੈ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਉਚਾਰਦੇ ਨੇ ਸ਼ਬਦ, ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਦਾ ਮੁਰਦਾਰ। ਮਹਾਰਾਜ ਜੀ ਕਹਿੰਦੇ ਪੰਡਤੋ ਸੁਣੋ, ਲਾਲਚ ਰੂਪੀ ਕੁੱਤਾ ਉਹ ਅੰਦਰ ਬੈਠਾ ਹੈ। ਗੁਰਬਾਣੀ ਵਿੱਚ ਸਤਿਗੁਰਾਂ ਨੇ ਕੁੱਤੇ ਨੂੰ ਲੋਭ ਦੀ ਤਸਬੀਹ, ਲੋਭ ਨੂੰ ਕੁੱਤੇ ਦੀ ਤਸਬੀਹ ਦਿੱਤੀ ਕਿ ਜਿਵੇਂ ਕੁੱਤਾ ਲਾਲਚੀ ਹੋ ਜਾਏ ਨਾ, ਹਲਕਾਇਆ ਜਾਏ, ਉਹ ਫਿਰ ਇਹ ਨਹੀਂ ਵੇਖਦਾ ਵੀ ਮੇਰੇ ਸਾਹਮਣੇ ਮਾਲਕ ਖਲੋਤਾ ਕਿ ਕੋਈ ਬਗਾਨਾ ਖਲੋਤਾ, ਸਭ ਨੂੰ ਵੱਢ ਖਾਂਦਾ। ਇੱਦਾਂ ਜਿਹੜਾ ਲੋਭੀ ਮਨੁੱਖ ਹੁੰਦਾ ਹੈ ਉਹ ਇਹ ਨਹੀਂ ਵੇਖਦਾ ਕਿ ਮੇਰੇ ਸਾਹਮਣੇ ਮੈਂ ਜਿਸ ਨੂੰ ਖਾਣ ਲੱਗਾ ਵੀ ਇਹ ਖਾਣ ਯੋਗ ਹੈ ਕਿ ਨਹੀਂ ਖਾਣ ਯੋਗ। ਪੱਖ ਅਪੱਖ ਸਭ ਖਾ ਜਾਂਦਾ, ਉਹਦੇ ਮਨ 'ਚ ਕੋਈ ਤਰਸ ਨਹੀਂ, ਰਹਿਮ ਨਹੀਂ। ਤੋ ਲੱਭ ਕੁੱਤਾ ਹੈ,
ਲਾਲਚ ਜਿਹੜਾ ਮਹਾਰਾਜ ਜੀ ਕਹਿੰਦੇ ਕੁੱਤਾ, ਕੂੜ ਚੂਹੜਾ, ਚੂਹੜਾ ਕਹਿੰਦੇ ਜਿਹੜਾ ਗੰਦਗੀ ਚੁੱਕੇ। ਮਹਾਰਾਜ ਜੀ ਕਹਿੰਦੇ ਜਿਹੜਾ ਝੂਠ ਹੈ ਨਾ, ਮਨੁੱਖ ਝੂਠ ਬੋਲਦਾ, ਝੂਠ ਰੂਪੀ ਚੂਹੜਾ, ਗੰਦ ਢੋਣ ਵਾਲਾ, ਗੰਦਗੀ ਚੁੱਕਣ ਵਾਲਾ, ਉਹ ਇਹਦੇ ਅੰਦਰ ਵਸਦਾ। ਠੱਗ ਖਾਧਾ ਮੁਰਦਾਰ, ਤੇ ਜਿਹੜਾ ਕਿਸੇ ਨੂੰ ਠੱਗ ਕੇ ਖਾਣਾ, ਇਹ ਮੁਰਦਾ ਖਾਣ ਦੇ ਮਨਿੰਦਾ। ਬੰਦਾ ਸਬੂਤਾ ਮੁਰਦਾ ਖਾ ਰਿਹਾ। ਉੱਦਾਂ ਕਹਿੰਦਾ ਮੈਂ ਨਹੀਂ, ਮਾਸ ਨਹੀਂ ਖਾਂਦਾ ਜੀ, ਅਸੀਂ ਕੁਝ ਖਾਂਦੇ ਪੀਂਦੇ ਨਹੀਂ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜਾ ਰੋਜ਼ ਮੁਰਦਾ ਖਾਣਾ, ਕਿਸੇ ਨੂੰ ਠੱਗ ਕੇ ਖਾਣਾ, ਠੱਗੀ ਕਰਕੇ, ਉੱਦਾਂ ਕਹਿੰਦਾ ਜੀ ਮੈਂ ਕਦੇ ਜੀ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਜਿਹੜਾ ਠੱਗ ਕੇ ਖਾਧਾ, ਸਿੱਧਾ ਜੀਵ ਦਾ ਬੰਦਾ ਖਾ ਗਿਆ, ਪਿੱਛੇ ਕੀ ਰਹਿ ਗਿਆ ਭਾਈ? ਮੁਰਦਾ ਖਾਣ ਦੇ ਤੋਲਾ ਕਿਸੇ ਨੂੰ ਠੱਗ ਕੇ ਖਾਣਾ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਮਨੁੱਖ ਨੂੰ ਕਿ ਜਦੋਂ ਕਿਸੇ ਨੂੰ ਠੱਗ ਕੇ ਖਾਂਦਾ ਧਰਮ ਦੇ ਨਾਂ ਤੇ, ਇਹ ਪੰਡਤ ਇਹੀ ਕੁਝ ਕਰਦੇ ਸੀ। ਓਹੋ, ਤੁਹਾਡੇ ਤਾਂ ਗ੍ਰਹਿਾਂ ਦੀ ਦਸ਼ਾ ਖਰਾਬ ਹੈ ਜੀ, ਸ਼ਨੀ ਭਾਰੀ ਹੋ ਗਿਆ ਜੀ, ਅਗਲੇ ਨੇ ਡਰ ਜਾਣਾ। ਦੱਸੋ, ਆਓ ਪਾ ਕਰਾਂਗੇ, ਰੱਖੋ ਇੱਥੇ 101 ਰੁਪਈਏ, ਆਹ ਚੀਜ਼ ਦੇਾਂਗੇ ਤੁਹਾਨੂੰ, ਲੌਂਗ ਦੇਾਂਗੇ, ਲਾਚੀਆਂ ਦੇਾਂਗੇ, ਅਮਕਾ ਦੇਾਂਗੇ, ਆਹ ਦੇਾਂਗੇ, ਉਹ ਦੇਾਂਗੇ। ਇਸ ਬਿਰਤੀ ਨਾਲ ਵੀ ਜਿਹੜਾ ਕਿਸੇ ਨੂੰ ਠੱਗ ਕੇ ਖਾਂਦਾ, ਉਹ ਮੁਰਦਾ ਖਾ ਰਿਹਾ ਹੈ। ਮੁਰਦਾਰ ਖਾਣ ਦੇ ਤੋਂ ਕੋਈ ਦੁਕਾਨ ਤੇ ਬੈਠਾ ਆਪਣੇ ਹੱਕ ਤੋਂ ਵੱਧ ਕਿਸੇ ਨੂੰ ਠੱਗ ਕੇ ਖਾਂਦਾ ਤੇ ਮੁਰਦਾ ਖਾ ਰਿਹਾ ਹੈ। ਕੋਈ ਨੌਕਰੀ ਕਰਦਾ ਹੋਇਆ ਰਿਸ਼ਵਤ ਲੈ ਕੇ ਕਿਸੇ ਕੋਲੋਂ ਕਿਸੇ ਦਾ ਹੱਕ ਖਾ ਰਿਹਾ ਠੱਗ ਕੇ, ਤਾਂ ਉਹ ਮੁਰਦਾ ਖਾ ਰਿਹਾ ਹੈ। ਇਹ ਦੁਨੀਆ ਚੰਡਾਲਾਂ ਨਾਲ ਭਰੀ ਪਈ ਹੈ। ਚੰਡਾਲ ਤਾਂ ਕੇਵਲ ਮੁਰਦਿਆਂ ਨੂੰ ਸਾੜਦੇ ਹੈ। ਇਹੋ ਜਿਹੇ ਲੋਕ ਜਿਹੜੇ ਕਿਸੇ ਦਾ ਹੱਕ ਖਾਣ, ਉਹ ਤਾਂ ਚੰਡਾਲਾਂ ਨਾਲੋਂ ਵੀ ਨੀਚ ਹਨ। ਜਿਹੜੇ ਮੁਰਦਿਆਂ ਨੂੰ ਜਲਾਉਂਦੇ ਨਹੀਂ, ਕੇਵਲ ਖਾ ਜਾਂਦੇ ਨੇ, ਪੱਕ ਜਾਂਦੇ ਹੈ। ਠੱਗ ਖਾਧਾ ਮੁਰਦਾਰ, ਕਿਸੇ ਨੂੰ ਠੱਗ ਕੇ ਖਾਣਾ। ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਇਹ ਮੁਰਦਾਰ ਖਾਣ ਦੇ ਤੁਲ ਹੈ। ਪਰ ਨਿੰਦਾ ਪਰ ਮਲ ਮੁਖ ਸੁਦੀ, ਅਗਨ ਕ੍ਰੋਧ ਚੰਡਾਲ। ਪਰਾਈ ਨਿੰਦਾ ਕਰਨੀ ਕਿਸੇ ਦੀ, ਇਹ ਪਰਾਈ ਮੈਲ ਸੁਧੀ। ਸੁਧੀ ਦਾ ਮਤਲਬ ਸਿੱਧੀ, ਮੂੰਹ ਦੇ ਵਿੱਚ ਸਿੱਧੀ ਗੰਦਗੀ ਭੱਖ ਰਿਹਾ ਜਦੋਂ ਆਪਣੇ ਮੂੰਹ ਨਾਲ ਕਿਸੇ ਦੀ ਨਿੰਦਾ ਕਰਦਾ, ਪਰਾਈ ਨਿੰਦਾ ਕਰਦਾ। ਸਾਡੇ ਜਿਹੜੇ ਕੰਨ ਨੇ ਨਾ, ਕੰਨ, ਇਹ ਆਪਣੀ ਸੋਭਾ ਤੇ ਦੂਜੇ ਦੀ ਨਿੰਦਾ ਸੁਣਨਾ ਚਾਹੁੰਦੇ ਆ। ਸਾਡੇ ਕੰਨ ਆਪਣੀ ਸਿਫਤ, ਦੂਜੇ ਦੀ ਨਿੰਦਾ, ਇਹ ਸੁਣਨਾ ਚਾਹੁੰਦੇ ਆ। ਜਿਹੜੇ ਗੁਰਮੁਖਾਂ ਦੇ ਕੰਨ ਨੇ ਨਾ, ਉਹ ਕੇਵਲ ਸਤਿਗੁਰਾਂ ਦਾ ਸ਼ਬਦ ਸੁਣਨਾ ਚਾਹੁੰਦੇ ਆ। ਇਹ ਫਰਕ ਹੈ। ਪਰਾਈ ਨਿੰਦਾ ਦੀ ਗੰਦਗੀ, ਇਹਨੂੰ ਮਹਾਰਾਜ ਜੀ ਨੇ ਪਰ ਮਲ ਲਿਖਿਆ। ਪਰ ਮਲ ਪਰਾਈ ਮੈਲ, ਕਿਸੇ ਦੂਜੇ ਦਾ ਗੰਦ। ਕਹਿੰਦੇ ਸਿੱਧਾ ਮੂੰਹ ਨਾਲ ਖਾ ਰਿਹਾ, ਗੰਦਗੀ ਖਾ ਰਿਹਾ ਸਿੱਧੀ। ਪਰ ਮਲ ਮੁਖ ਸੁਧੀ, ਸਿੱਧੀ ਇਹਦੇ ਮੂੰਹ ਵਿੱਚ ਸਿੱਧੀ ਗੰਦਗੀ ਜਾ ਰਹੀ ਹੈ। ਅਗਨ ਕ੍ਰੋਧ ਚੰਡਾਲ, ਕ੍ਰੋਧ ਰੂਪੀ ਅਗਨੀ ਜਿਹੜੀ ਇਹਦੇ ਅੰਦਰ ਬਲ ਰਹੀ ਹੈ, ਚੰਡਾਲ ਹੈ ਜੋ ਇਸ ਮਨੁੱਖ ਦੇ ਅੰਦਰ ਬੈਠਾ ਹੋਇਆ ਹੈ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਬੇਨਤੀਆਂ ਕਰਦਿਆਂ ਕਹਿੰਦੇ, ਵਾਹਿਗੁਰੂ ਮੈਂ ਇਹੋ ਜਿਹਾ ਨੀਚ ਆ, ਰਸਾਂ ਕਸਾਂ ਵਿੱਚ ਲੱਗਾ, ਆਪਣੇ ਆਪ ਦੀ ਸਿਫਤਾਂ ਆਪ ਹੀ ਕਰਦਾ, ਆਪਣੇ ਆਪ ਨੂੰ ਹੀ ਸਲਾਹੁਣਾ, ਮੇਰੇ ਜਿਹਾ ਕੌਣ ਹੈ। ਆਪਣੀ ਸੋਭਾ, ਜਿਹਨੂੰ ਆਪਾਂ ਆਮ ਕਰਕੇ ਕਹਾਵਤ ਵਜੋਂ ਕਹਿ ਦਿੰਦੇ ਆ ਨਾ, ਆਪਣੇ ਮੂੰਹੋਂ ਆਪ ਹੀ ਮੀਆਂ ਮਿੱਠੂ ਬਣਨਾ। ਜਿਹੜਾ ਮਨੁੱਖ ਆਪਣੇ ਮੂੰਹ ਆਪਣੇ ਸੋਹਲੇ ਗਾਵੇ, ਉਸ ਮਨੁੱਖ ਨੂੰ ਸਮਾਜ ਵਿੱਚ ਨੀਚ ਮਨੁੱਖ ਗਿਣਿਆ ਜਾਂਦਾ ਹੈ। ਤੁਹਾਨੂੰ ਆਪਣੀ ਸਿਫਤ ਆਪ ਕਿਉਂ ਕਰਨੀ ਪਵੇ ਭਾਈ? ਪਹਿਲੀ ਗੱਲ ਤਾਂ ਸਿਫਤ ਦੀ ਕਾਂਖਾ ਹੀ ਨਾ ਰੱਖੇ ਹਿਰਦੇ 'ਚ, ਇੱਛਾ ਹੀ ਨਾ ਰੱਖੇ ਕਿ ਮੇਰੀ ਕੋਈ ਵਡਿਆਈ ਕਰੇ। ਇਹ ਵਡਿਆਈ ਕੋਈ ਕਰੇ ਸੁਣਨ ਵਾਸਤੇ, ਜਦੋਂ ਕਿਸੇ ਦੇ ਕੰਨ ਉਤਸੁਕ ਹੁੰਦੇ ਆ ਨਾ, ਪਰਮਾਰਥ ਦੇ ਰਸਤੇ ਤੇ ਬੜਾ ਵੱਡਾ ਰੋੜਾ ਬਣ ਕੇ ਕੰਮ ਕਰਦੇ ਹੈ, ਟੁਰਨ ਨਹੀਂ ਦਿੰਦੇ।
ਰੱਬ ਦੇ ਮਾਰਗ ਤੇ ਵਡਿਆਈਆਂ ਸਿਫਤਾਂ ਸੰਸਾਰ ਦੀਆਂ ਟੁਰਨ ਨਹੀਂ ਦਿੰਦੀਆਂ। ਫਿਰ ਤੋ ਪਾਤਸ਼ਾਹ ਕਹਿੰਦੇ ਆਪਣੇ ਮੂੰਹ ਆਪ ਆਪਣੀ ਸਲਾਘਾ ਕਰਨੀ, ਆਪ ਸਲਾਹਣ ਆਪਣੀ ਸਲਾਘਾ। ਇਹ ਕਰਮ ਮੇਰੇ ਕਰਤਾਰ, ਹੇ ਕਰਤਾਰ ਆ ਨੇ ਮੇਰੇ ਕਰਮ, ਆ ਹਾਲ ਨੇ ਮੇਰੇ। ਪਰਾਈ ਨਿੰਦਾ ਦੀ ਸਿੱਧੀ ਮੈਲ ਮੈਂ ਭਖਦਾ, ਲੱਭ ਰੂਪੀ ਕੁੱਤਾ, ਕੂੜ ਰੂਪੀ ਚੂਹੜਾ ਤੇ ਠੱਗ ਖਾਣ ਦੀ ਬਿਰਤੀ ਰੂਪੀ ਮੁਰਦਾਰ, ਇਹ ਸਭ ਮੇਰੇ ਅੰਦਰ ਪਏ ਹੋਏ। ਹੇ ਵਾਹਿਗੁਰੂ ਇਹੋ ਜਿਹੇ ਮੇਰੇ ਕਰਮ ਨੇ। ਆਪਣੇ ਅੰਦਰ ਇਹ ਬਿਰਤੀ ਵੇਖ ਕੇ ਪਰਮੇਸ਼ਰ ਅੱਗੇ ਅਰਜ਼ੋਈ ਕਰਨੀ ਅਕਾਲ ਪੁਰਖ ਅੱਗੇ, ਹੇ ਕਰਤਾਰ ਇਹੋ ਜਿਹੇ ਮੇਰੇ ਕਰਮ ਹਨ। ਬਾਬਾ ਬੋਲੀਐ ਪਤ ਹੋਏ। ਮਹਾਰਾਜ ਜੀ ਕਹਿੰਦੇ ਬਾਬਾ ਬੋਲੋ, ਇਹੋ ਜਿਹੇ ਬੋਲ ਬੋਲੋ ਜਿਨ੍ਹਾਂ ਬੋਲਾਂ ਦੇ ਨਾਲ ਤੁਹਾਡੀ ਪਰਮੇਸ਼ਰ ਦੇ ਘਰ 'ਚ ਇੱਜ਼ਤ ਹੋਵੇ। ਬਾਬਾ ਬੋਲੀਐ ਪਤ ਹੋਏ। ਹੇ ਭਾਈ ਬਾਬਾ ਇੱਥੇ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ, ਬਾਬਾ ਬੋਲੋ। ਕੀ ਬੋਲੋ? ਜਪਜੀ ਸਾਹਿਬ ਬੋਲੋ ਰਸਨਾ ਤੋਂ, ਜਾਪ ਸਾਹਿਬ ਬੋਲੋ, ਸਵਈਏ ਬੋਲੋ, ਚੌਪਈ ਬੋਲੋ, ਆਨੰਦ ਸਾਹਿਬ ਬੋਲੋ, ਸੁਖਮਣੀ ਸਾਹਿਬ ਬੋਲੋ। ਇਸ ਰਸਨਾ ਤੋਂ ਆਸਾ ਦੀ ਵਾਰ ਬੋਲੋ, ਇਸ ਰਸਨਾ ਤੋਂ ਦੱਖਣੀ ਓਂਕਾਰ ਬੋਲੋ, ਇਸ ਰਸਨਾ ਤੋਂ ਸਿੱਧ ਗੋਸ਼ਟ ਬੋਲੋ, ਇਸ ਰਸਨਾ ਤੋਂ 52 ਅੱਖਰੀ ਬੋਲੋ। ਬੋਲੋ ਇਸ ਰਸਨਾ ਤੋਂ ਚੰਡੀ ਦੀ ਵਾਰ, ਅਕਾਲ ਉਸਤਤ, ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ, ਗਿਆਨ ਪ੍ਰਬੋਧ। ਬਹੁਤਿਆਂ ਨੇ ਬਾਣੀਆਂ ਦਾ ਨਾਂ ਹੀ ਪਹਿਲੀ ਵਾਰੀ ਸੁਣਿਆ ਹੋਣਾ ਤੁਹਾਡੇ ਚੋਂ, ਪੜ੍ਹਨੀਆਂ ਤਾਂ ਦੂਰ ਰਹੀਆਂ। ਸੋ ਇਹ ਪਾਵਨ ਬਾਣੀਆਂ, ਇਹ ਬੋਲਾਂ ਨੂੰ ਬੋਲਣ ਨਾਲ ਕੀ ਹੋਵੇਗਾ? ਪਤ ਹੋਏ। ਨਿਰੰਕਾਰ ਦੇ ਘਰ ਵਿੱਚ ਫਿਰ ਇੱਜ਼ਤ ਹੁੰਦੀ ਆ, ਵਾਹਿਗੁਰੂ ਦੇ ਘਰ ਵਿੱਚ ਵਡਿਆਈ ਹੁੰਦੀ ਹੈ, ਅਕਾਲ ਪੁਰਖ ਦੇ ਘਰ ਵਿੱਚ ਸਿਫਤਾਂ ਹੁੰਦੀਆਂ ਨੇ। ਹਾਂਜੀ। ਊਤਮ ਸੇ ਦਰ ਊਤਮ ਕਹੀਏ, ਨੀਚ ਕਰਮ ਬੈਰੋਏ। ਮਹਾਰਾਜ ਜੀ ਕਹਿੰਦੇ ਉਤਮਾਂ ਵਿੱਚ ਉਹ ਉੱਤਮ ਕਹੇ ਜਾਂਦੇ ਨੇ ਜਿਹੜੇ ਸਾਹਿਬ ਦਾ ਜਸ ਬੋਲਦੇ ਨੇ ਨਾ ਰਸਨਾ ਤੋਂ, ਵਾਹਿਗੁਰੂ ਦੀ ਬਾਣੀ ਬੋਲਦੇ ਨੇ, ਪਰਮੇਸ਼ਰ ਦੀਆਂ ਸਿਫਤਾਂ ਬੋਲਦੇ ਨੇ, ਉਹ ਨਿਰੰਕਾਰ ਦੇ ਘਰ ਵਿੱਚ ਉੱਤਮਾਂ ਵਿੱਚੋਂ ਉੱਤਮ ਕਹੇ ਜਾਂਦੇ ਹਨ। ਜਿਹੜੇ ਨੀਚ ਕਰਮਾਂ ਵਾਲੇ ਨੇ ਉਹ ਉੱਥੇ ਬਹਿ ਕੇ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਂਦੇ ਐ, ਅਸੀਂ ਕਿਉਂ ਨਾ ਬਾਣੀ ਪੜ੍ਹੀ, ਅਸੀਂ ਕਿਉਂ ਨਾ ਰੱਬ ਰੱਬ ਕੀਤਾ। ਉਹ ਪਛਤਾਵਾ ਕਰਦੇ ਹਨ। ਉਹ ਨੀਚਾਂ ਨੂੰ ਆਪਣੇ ਨੀਚ ਕਰਮ ਚੇਤੇ ਕਰ ਕਰਕੇ ਰੋਣਾ ਪੈਂਦਾ ਹੈ। ਰਹਾਉ ਰਸ ਸੋਇਨਾ ਰਸ ਰੂਪਾ, ਕਾਮਣ ਰਸ ਪਰਮਲ ਕੀ ਵਾਸ। ਰਸ ਸੋਇਨਾ ਰਸ ਰੂਪਾ, ਕਾਮਣ ਰਸ ਪਰਮਲ ਕੀ ਵਾਸ। ਆ ਸੋਨਾ ਤੇ ਚਾਂਦੀ ਇਹਦਾ ਰਸ, ਰਸ ਇੱਕ ਹੋਵੇ ਤਾਂ ਗੱਲ ਕਰੀਏ। ਮਹਾਰਾਜ ਕਹਿੰਦੇ ਸੁਣੋ ਵੀ ਕਿਹੜੇ ਕਿਹੜੇ ਰਸਾਂ 'ਚ, ਸੋਨੇ ਚਾਂਦੀ ਦਾ ਰਸ, ਰਸ ਸੋਇਨਾ, ਰਸ ਰੂਪਾ, ਰੂਪਾ ਕਹਿੰਦੇ ਨੇ ਚਾਂਦੀ ਨੂੰ। ਫਿਰ ਕਾਮਣ ਇਸਤਰੀ ਦਾ ਰਸ, ਰਸ ਪਰਮਲ ਕੀ ਵਾਸ, ਪਰਮਲ ਕਹਿੰਦੇ ਨੇ ਚੰਦਨ ਨੂੰ। ਉੱਤੇ ਪਰਮਲ ਸ਼ਬਦ ਆਇਆ, ਲੱਲੇ ਨੂੰ ਔਂਕੜ ਲੱਗੀ ਹੈ, ਉਹਦਾ ਮਤਲਬ ਹੈ ਪਰਾਈ ਮੈਲ। ਇੱਥੇ ਪਰਮਲ ਲੱਲਾ ਮੁਕਤਾ ਹੈ, ਬਸ ਔਂਕੜ ਦਾ ਹੀ ਫਰਕ ਹੈ ਨਾ। ਇਹਦਾ ਅਰਥ ਹੈ ਸੁਗੰਧੀ ਚੰਦਨ। ਵੇਖੋ ਇੰਨਾ ਫਰਕ ਹੈ। ਗੁਰੂ ਸਾਹਿਬ ਜੀ ਨੇ ਗੁਰਬਾਣੀ ਦੀ ਰਚਨਾ ਬੜੇ ਸੁੰਦਰ ਢੰਗ ਨਾਲ ਰਚੀ ਹੈ। ਜੋ ਰਚ ਦਿੱਤਾ ਹੈ ਇਨ ਬਿਨ ਬਿਲਕੁਲ ਸਹੀ। ਹੁਣ ਕਿਸੇ ਨੂੰ ਹੱਕ ਨਹੀਂ ਕਿ ਕੋਈ ਆਪਣੀ ਮਰਜ਼ੀ ਨਾਲ ਗੁਰਬਾਣੀ ਦੀ ਲਿਖਤ ਵਿੱਚ ਫਰਕ ਪਾਵੇ, ਮਰਜ਼ੀ ਨਾਲ ਕੋਈ ਬਿੰਦੀ ਟਿੱਪੀ ਵਧਾਵੇ ਘਟਾਵੇ, ਜਾਂ ਉਚਾਰਨ ਵਾਸਤੇ ਭੇਦ ਹੋ ਸਕਦੇ ਆ ਵੱਖਰੇ ਵੱਖਰੇ, ਲਿਖਤ ਵਿੱਚ ਬਦਲਣ ਦਾ ਕਿਸੇ ਨੂੰ ਹੱਕ ਨਹੀਂ। ਜੋ ਲਿਖਤ ਹੈ ਗੁਰੂ ਸਾਹਿਬ ਦੀ, ਉਹਨੂੰ ਬਦਲਣ ਦਾ ਹੱਕ ਕਿਸੇ ਨੂੰ ਨਹੀਂ ਹੈ। ਉਹ ਇਨ ਬਿਨ ਉਸੇ ਤਰ੍ਹਾਂ ਹੀ ਰਹੇਗੀ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਇੱਥੇ ਪਰਮਲ ਦਾ ਅਰਥ ਹੈ ਕਿ ਸੁਗੰਧੀਆਂ ਦਾ ਰਸ, ਚੰਦਨ ਆਦਿਕ ਸੁਗੰਧੀ ਦਾ ਰਸ, ਉਹਦਾ ਰਸ ਵੀ ਇਸ ਜੀਵ ਨੂੰ ਲੱਗਾ ਹੋਇਆ। ਉਸ ਰਸ ਦੀ ਵਾਸ਼ਨਾ ਸੁਗੰਧੀਆਵਾਂ ਦੇ, ਉਹਦੇ ਵਿੱਚ ਵੀ ਇਹ ਲੱਗਾ ਹੋਇਆ ਹੈ। ਰਸ ਘੋੜੇ ਰਸ ਸੇਜਾ ਮੰਦਰ, ਘੋੜਿਆਂ ਦੇ
ਰਸ, ਸਵਾਰੀ ਚੰਗੀ ਚੰਗੀ ਵਧੀਆ ਸਵਾਰੀ ਹੋਣੀ, ਇਹ ਵੀ ਰਸ। ਫਿਰ ਸੋਹਣੀਆਂ ਸੇਜਾਂ, ਸੋਹਣੇ ਮਕਾਨ, ਉਹਨਾਂ ਦਾ ਰਸ। ਰਸ ਮੀਠਾ ਰਸ ਮਾਸ, ਮਿੱਠੇ ਦਾ ਰਸ। ਬਹੁਤਿਆਂ ਨੂੰ ਹੁੰਦਾ ਵੀ ਬਹੁਤਾ ਮਿੱਠਾ ਖਾਣ ਦਾ ਸਵਾਦ ਹੁੰਦਾ, ਉਸ ਰਸ ਵਿੱਚ ਉਲਝੇ ਹੋਏ ਨੇ। ਜਿਹੜੀ ਚੀਜ਼ ਰਸ ਬਣ ਜਾਏ ਉਹਦਾ ਖੰਡਨ ਹੈ। ਹਾਂ, ਸਰੀਰ ਦੇ ਨਿਰਵਾਹ ਮਾਤਰ ਲਈ ਸਵਾਰੀ ਕਰਨ ਵਾਸਤੇ ਘੋੜੇ ਵੀ ਚਾਹੀਦੇ। ਉਦੋਂ ਘੋੜਿਆਂ ਦੀ ਲੋੜ ਸੀ, ਅੱਜ ਕੱਲ੍ਹ ਵਲੈਤੀ ਘੋੜੇ ਨੇ, ਅੰਗਰੇਜ਼ੀ ਘੋੜੇ ਨੇ, ਕੋਈ ਸਕੂਟਰ ਸਾਈਕਲ ਕਾਰ ਵਗੈਰਾ। ਉਦੋਂ ਆਹ ਸਾਧਨ ਹੁੰਦੇ ਸੀ ਘੋੜੇ, ਇਹ ਵੀ ਘੋੜੇ ਹੀ ਨੇ। ਆਵਣ ਜਾਣ ਦੇ ਸਾਧਨ ਲਈ ਤਾਂ ਚਾਹੀਦਾ, ਪਰ ਜਦੋਂ ਰਸ ਬਣ ਜੇ ਵੀ ਸਾਰਾ ਧਿਆਨ ਹੀ ਉਹਦੇ ਤੇ ਕੇਂਦਰਿਤ ਹੋਵੇ, ਭਜਨ ਵਾਲੇ ਪਾਸੇ ਨਾ ਹੋਵੇ, ਫਿਰ ਉਹਦਾ ਖੰਡਨ ਵੀ ਹੈ। ਤੋ ਇਸ ਕਰਕੇ ਇੱਥੇ ਮਹਾਰਾਜ ਜੀ ਕਹਿੰਦੇ ਰਸ ਘੋੜੇ, ਰਸ ਸੇਜਾਂ ਮੰਦਰ, ਸੋਹਣੀਆਂ ਸੇਜਾਂ ਤੇ ਮੰਦਰਾਂ ਦਾ ਰਸ। ਹਾਂਜੀ, ਰਸ ਮੀਠਾ ਰਸ ਮਾਸ, ਮਿੱਠੇ ਦਾ ਰਸ, ਬਹੁਤਾ ਮਿੱਠਾ ਖਾਣ ਦਾ ਰਸ। ਫਿਰ ਮਾਸ ਦਾ ਰਸ, ਕਿ ਮਾਸ ਤੋਂ ਬਿਨਾਂ ਰੋਟੀ ਨਾ ਖਾਣੀ, ਇਹ ਵੀ ਰਸ ਹੈ। ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਮਹਾਰਾਜ ਜੀ ਕਹਿੰਦੇ ਇੰਨੇ ਰਸ ਤਾਂ ਸਰੀਰ 'ਚ ਪਹਿਲਾਂ ਹੀ ਪਾਲੀ ਬੈਠਾ, ਤੇ ਰੱਬ ਦੇ ਨਾਮ ਦਾ ਰਸ ਕਿੱਥੇ ਵਸੇ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਕਹਿੰਦੇ ਇੰਨੇ ਰਸ ਤਾਂ ਪਹਿਲਾਂ ਹੀ ਪਾਲੀ ਬੈਠਾ ਅੰਦਰ, ਇੰਨੇ ਰਸਾਂ ਨਾਲ ਤਾਂ ਪਹਿਲਾਂ ਹੀ ਭਰਿਆ ਪਿਆ, ਤੇ ਨਾਮ ਰਸ ਕਿੱਥੇ ਵਸੇ? ਉਹਦੇ ਵਾਸਤੇ ਤਾਂ ਕੋਈ ਮਾੜਾ ਮੋਟਾ ਕੋਨਾ ਖਾਲੀ ਹੋਵੇਗਾ ਤਾਂ ਹੀ ਵਸੇਗਾ ਨਾ। ਕੋਈ ਕੋਨਾ ਤਾਂ ਛੱਡਿਆ ਹੀ ਨਹੀਂ ਅੰਦਰ। ਇੱਕ ਰਸ ਥੋੜੀ ਹੈ, ਮਹਾਰਾਜ ਜੀ ਨੇ ਕਿੰਨੇ ਰਸ ਗਣਾ ਦਿੱਤੇ ਆ ਪਿੱਛੇ। ਖਾਣ ਦਾ ਰਸ, ਸੌਣ ਦਾ ਰਸ, ਇਹ ਸਾਰੇ ਰਸ ਹੀ ਨੇ। ਇੰਨੇ ਰਸਾਂ ਨਾਲ ਭਰਿਆ ਹੋਇਆ ਬੰਦਿਆ, ਇੰਨੇ ਰਸਾਂ ਦੇ ਨਾਲ ਤੇਰਾ ਹਿਰਦਾ ਭਰਿਆ, ਘਟ ਘਟ ਕਹਿੰਦੇ ਆ ਹਿਰਦਾ ਭਰਿਆ ਹੋਇਆ, ਤੇ ਦੱਸੋ ਹੁਣ ਨਾਮ ਕਿੱਥੇ ਵਸੇ? ਕਹਿ ਘਟ ਨਾਮ ਨਿਵਾਸ। ਪਰਮੇਸ਼ਰ ਦੇ ਨਾਮ ਦਾ ਜਿਹੜਾ ਰਸ ਹੈ, ਉਹ ਹੁਣ ਕਿਸ ਘਟ ਵਿੱਚ, ਕਿਸ ਹਿਰਦੇ ਵਿੱਚ ਵਸੇ? ਜਿਤ ਬੋਲਿਐ ਪਤ ਪਾਈਐ, ਸੋ ਬੋਲਿਆ ਪਰਵਾਣ। ਮਹਾਰਾਜ ਜੀ ਕਹਿੰਦੇ ਜਿਹੜੇ ਬੋਲਾਂ ਨਾਲ ਇੱਜ਼ਤ ਮਿਲੇ ਉਹ ਬੋਲਿਆ ਪ੍ਰਵਾਨ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਬਾਣੀ ਪੜ੍ਹਿਆ ਇੱਜ਼ਤ ਹੁੰਦੀ ਹੈ, ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚ ਮਾਣ ਸਨਮਾਨ ਪ੍ਰਾਪਤ ਹੁੰਦਾ। ਜਿਹੜੇ ਬੋਲਾਂ ਦੇ ਨਾਲ ਇੱਜ਼ਤ ਮਿਲੇ ਉਹੀ ਬੋਲੇ ਹੋਏ ਬੋਲ ਪ੍ਰਵਾਨ ਹਨ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਹੇ ਮੇਰਿਆ ਮੂਰਖਾ ਤੇ ਅਣਜਾਣ ਮਨਾ, ਜਿਹੜੇ ਰੱਬ ਦੀ ਭਗਤੀ ਤੋਂ ਬਿਨਾਂ ਤੂੰ ਬੋਲ ਬੋਲਦਾ ਨਾ, ਸਭ ਫਿੱਕੇ ਹੀ ਨੇ। ਫਿੱਕਾ ਬੋਲਣ ਦਾ ਮਤਲਬ ਇਹ ਹੀ ਨਹੀਂ ਵੀ ਕਿਸੇ ਨੂੰ ਕੌੜਾ ਬੋਲਣਾ, ਉਹਨੂੰ ਹੀ ਫਿੱਕਾ ਕਹਿੰਦੇ ਆ। ਵਾਹਿਗੁਰੂ ਦੇ ਭਜਨ ਤੋਂ ਬਿਨਾਂ ਜਿਸ ਬੋਲਾਂ ਵਿੱਚ ਨਿਰੰਕਾਰ ਦੀ ਗੱਲ ਨਾ ਹੋਵੇ, ਜਿਨ੍ਹਾਂ ਬੋਲਾਂ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿਫਤ ਨਾ ਹੋਵੇ, ਜਿਨ੍ਹਾਂ ਬੋਲਾਂ ਵਿੱਚ ਵਾਹਿਗੁਰੂ ਦੀ ਸਿਫਤ ਨਾ ਹੋਵੇ, ਉਹ ਬੋਲ ਫਿੱਕੇ ਹੀ ਨੇ। ਜਿੰਨੇ ਵੀ ਬੋਲੀ ਉਹ ਫਿੱਕੇ ਨੇ। ਮਹਾਰਾਜ ਜੀ ਕਹਿੰਦੇ ਫਿੱਕੇ ਹੋਏ ਬੋਲੇ ਹੋਏ ਬੋਲਾਂ ਦੇ ਨਾਲ ਵਿਗੁਚਣਾ, ਖੁਆਰ ਹੋਣਾ ਪੈਂਦਾ। ਸੁਣ ਮੂਰਖ ਮਨ ਅਜਾਣ, ਹੈ ਮੇਰੇ ਅਣਜਾਣ ਤੇ ਮੂਰਖ ਮਨਾ, ਇਹ ਗੱਲ ਨੂੰ ਚੰਗੀ ਤਰ੍ਹਾਂ ਸੁਣ ਲੈ, ਚੰਗੀ ਤਰ੍ਹਾਂ ਧਿਆਨ ਨਾਲ ਸੁਣ ਲੈ, ਕਿ ਜਿਹੜੇ ਫਿੱਕੇ ਬੋਲ ਨੇ ਉਹਨਾਂ ਫਿੱਕੇ ਬੋਲਾਂ ਦੇ ਨਾਲ ਬੋਲਿਆਂ ਵਿਗੁਚਣਾ, ਖੁਆਰ ਹੋਣਾ ਪੈਂਦਾ ਹੈ। ਜੋ ਤਿਸ ਭਾਵੇ ਸੇ ਭਲੇ, ਹੋਰ ਕਹਿ ਕਹਿਣ ਵਖਾਣ। ਉਸ ਵਾਹਿਗੁਰੂ ਨੂੰ ਜੋ ਭਾਵੇ ਉਹ ਭਲਾ, ਇਹ ਆਪਣੇ ਹਿਰਦੇ 'ਚ ਬਿਰਤੀ ਬਣਾ। ਜੋ ਤਿਸ ਭਾਵ ਹੈ ਸੇ ਭਲੇ, ਜਿਹੜੇ ਕਰਮ ਉਹਨੂੰ ਪਾਉਣ ਉਹ ਭਲੇ, ਜਿਹੜਾ ਕੰਮ ਉਹਨੂੰ ਭਾਵੇ ਉਹ ਭਲਾ। ਹੋਰ ਕੇ ਕਹਿਣ ਵਖਾਣ, ਉਹ ਬੋਲੇ ਹੋਏ ਬੋਲ ਭਲੇ ਜਿਹੜੇ ਉਹਨੂੰ ਭਾ ਜਾਣ। ਬਾਕੀ ਹੋਰ ਕੀ ਕਹਿਣਾ ਤੇ ਕੀ ਵਖਾਣਨਾ, ਯਾਨੀ ਕਿ ਕਿਸੇ ਕੰਮ ਦਾ ਨਹੀਂ। ਜਿਹੜੇ ਬੋਲੇ ਹੋਏ ਬੋਲ ਉਹਨੂੰ ਭਾ ਜਾਣ, ਵਾਹਿਗੁਰੂ ਨੂੰ ਭਾ ਜਾਣ। ਖਾਲਸਾ ਜੀ, ਉਹ ਬੋਲੇ ਹੋਏ ਬੋਲ ਜਿਹੜੇ ਨਿਰੰਕਾਰ ਨੂੰ ਭਾ ਜਾਣ, ਉਹ ਪ੍ਰਵਾਨ।
ਉਹ ਭਲੇ, ਤੇ ਜਿਹੜੇ ਉਹਨੂੰ ਨਾ ਭਾਉਣ ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਦਾ ਕੀ ਕਹਿਣਾ ਤੇ ਕੀ ਵਿਖਾਣਨਾ, ਉਹਦਾ ਕੀ ਮਤਲਬ। ਇਹ ਜਿੰਨੇ ਪੰਡਤ ਆਏ ਸੀ ਰੋਜ਼ ਬੋਲਦੇ ਸੀ, ਬੜੇ ਬੜੇ ਸ਼ਾਸਤਰ ਵੇਦਾਂ ਦੀ ਕਥਾ ਵਿਖਿਆਨ ਕਰਦੇ ਸੀ। ਜਦੋਂ ਸ਼ਾਸਤਰਾਂ ਦੇ ਵੇਦਾਂ ਦਾ ਕਥਾ ਵਿਖਿਆਨ ਕਰਦੇ ਤੇ ਅੰਦਰ ਹਿਰਦਾ ਸ਼ਾਂਤ ਨਹੀਂ ਸੀ। ਉਹਦਾ ਕਾਰਨ ਇਹੀ ਸੀ ਕਿਉਂਕਿ ਹਿਰਦੇ ਵਿੱਚ ਇੱਦਾਂ ਦੀਆਂ ਬਿਰਤੀਆਂ ਸਨ ਜਿਹੜੀਆਂ ਉੱਪਰ ਦੱਸੀਆਂ ਨੇ। ਤੇ ਮਹਾਰਾਜ ਜੀ ਕਹਿੰਦੇ ਜੇ ਹਿਰਦੇ 'ਚ ਇਹੋ ਜਿਹੀਆਂ ਬਿਰਤੀਆਂ ਨੇ ਫਿਰ ਇੱਦਾਂ ਦਾ ਬੋਲਣਾ, ਕਹਿਣਾ, ਵਿਖਾਣਨਾ ਉਹਦਾ ਕੀ ਮਤਲਬ ਹੋਇਆ, ਉਹਦਾ ਕੀ ਪ੍ਰਯੋਜਨ ਹੋਇਆ? ਫਿਰ ਤਾਂ ਕੋਈ ਪ੍ਰਯੋਜਨ ਨਾ ਰਿਹਾ। ਹਾਂਜੀ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ, ਜਿਨ ਹਿਰਦੈ ਰਿਆ ਸਮਾਏ। ਮਹਾਰਾਜ ਜੀ ਕਹਿੰਦੇ ਉਹਨਾਂ ਦੀ ਮਤ ਪ੍ਰਵਾਨ, ਤਿੰਨ ਮਤ ਤਿੰਨ ਪਤ, ਪਤ ਨਾਮ ਉਹਨਾਂ ਦੀ ਇੱਜ਼ਤ ਭਲੀ ਪ੍ਰਵਾਨ, ਜਿਨ੍ਹਾਂ ਦੇ ਪੱਲੇ ਪਰਮੇਸ਼ਰ ਦੇ ਨਾਮ ਦਾ ਧਨ ਹੈ ਤੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਸਮਾਇਆ ਹੋਇਆ, ਉਹਨਾਂ ਦੀ ਮਤ ਭਲੀ, ਉਹਨਾਂ ਦੀ ਪਤ ਭਲੀ। ਉਹਨਾਂ ਦੀ ਮਤ ਵੀ ਪ੍ਰਵਾਨ, ਉਹਨਾਂ ਦੀ ਪਤ ਵੀ ਪ੍ਰਵਾਨ, ਜਿਨ੍ਹਾਂ ਦੇ ਹਿਰਦਿਆਂ ਵਿੱਚ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਵਸਦੀ ਹੈ। ਤਿੰਨ ਕਾ ਕਿਆ ਸਾਲਾਹਣਾ ਅਵਰ ਸਵਾਲੇ ਉਕਾਏ। ਕਹਿੰਦੇ ਭਾਈ ਉਹਨਾਂ ਦਾ ਕੀ ਸਲਾਹੁਣਾ ਹੋਇਆ, ਹੋਰ ਕੀ ਸਵਾਲੇ ਉਪਮਾ ਕਰਨੀ ਹੋਈ। ਨਾਨਕ ਨਦਰੀ ਬਾਹਰੇ ਰਾਚੇ ਦਾਨ ਨ ਨਾਏ। ਕਹਿੰਦੇ ਉਹਨਾਂ ਦਾ ਕੀ ਸਲਾਹੁਣਾ, ਉਹਨਾਂ ਦੀ ਕੀ ਸਿਫਤ ਕਰਨੀ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਪਰਮੇਸ਼ਰ ਦੇ ਦਿੱਤੇ ਹੋਏ ਨਾਮ ਦੇ ਰੰਗ ਵਿੱਚ ਰੰਗੇ ਨਹੀਂ ਹੋਏ, ਉਹਨਾਂ ਬਾਰੇ ਕੀ ਕਹਿਣਾ, ਉਹਨਾਂ ਨੂੰ ਕੀ ਸਲਾਹੁਣਾ, ਉਹਨਾਂ ਦੀ ਕੀ ਵਡਿਆਈ ਕਰਨੀ। ਜਿਹੜੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੇ ਰੰਗ ਵਿੱਚ ਰਚੇ ਨਹੀਂ ਹੋਏ, ਜਿਹੜੇ ਪਰਮੇਸ਼ਰ ਦੇ ਨਾਮ ਤੋਂ ਵਿਹੂਣੇ ਹਨ। ਦੋਹਰਾ ਮਨ ਕੇ ਮੁਨ ਸਭ ਹੋਏ, ਸੁਨੋ ਰਹੇ ਵਿਸ਼ੇ ਲਪਟਾਏ। ਮਹਾਰਾਜ ਜੀ ਕਹਿੰਦੇ ਮਨ ਨੂੰ ਸਾਵਧਾਨ ਕਰਕੇ ਆਪਣੇ ਮਨ ਦੇ ਮੁਨਸਬ ਹੋ ਕੇ ਸੁਣੋ ਪੰਡਤ ਜੀ, ਤੁਹਾਡੇ ਹਿਰਦੇ ਸ਼ਾਂਤ ਕਿਉਂ ਨਹੀਂ ਹਨ? ਉਹਦਾ ਕਾਰਨ ਹੈ ਕਿ ਤੁਹਾਡੇ ਹਿਰਦਿਆਂ 'ਚ ਵਿਸ਼ਿਆਂ ਦੀ ਵਾਸ਼ਨਾ ਚੱਲ ਰਹੀ ਹੈ। ਤੁਹਾਡੇ ਮਨ ਸ਼ਾਂਤ ਨਹੀਂ, ਉਸ ਦਾ ਕਾਰਨ ਹੈ, ਮੂਲਤଃ ਕਾਰਨ ਹੈ ਕਿ ਤੁਹਾਡੇ ਮਨ ਵਿਸ਼ਿਆਂ ਦੇ ਵਿੱਚ ਲੱਗੇ ਹੋਏ ਨੇ। ਤਾਹੀ ਕੇ ਰਸ ਮੈਂ ਫਸੇ ਨਹੀਂ ਨਾਮ ਰਸ ਆਏ। ਉਹਨਾਂ ਵਿਸ਼ਿਆਂ ਦੇ ਰਸ ਵਿੱਚ ਲੱਗੇ ਹੋਏ ਜੇ ਤੁਸੀਂ, ਇਸੇ ਕਰਕੇ ਪਰਮੇਸ਼ਰ ਦੇ ਨਾਮ ਦਾ ਰਸ ਤੁਹਾਨੂੰ ਨਹੀਂ ਆਉਂਦਾ। ਜੋ ਪਈ ਪੜਨ ਪ੍ਰਕਾਰ ਦੋਏ ਕੋ ਜਾਨੋ। ਮਹਾਰਾਜ ਜੀ ਕਹਿੰਦੇ ਪੜਨ ਦਾ ਦੋ ਪ੍ਰਕਾਰ ਨੇ। ਪੜਨ ਦੇ ਤੁਸੀਂ ਪੜ੍ਹਦੇ ਹੋ ਨਾ, ਕਹਿੰਦੇ ਜੀ ਅਸੀਂ ਪੜ੍ਹੇ ਹਾਂ ਵੇਦ ਸ਼ਾਸਤਰ ਪਾਠ, ਰੋਜ਼ ਵੇਦ ਪੜ੍ਹਦੇ ਹਾਂ। ਮਹਾਰਾਜ ਜੀ ਕਹਿੰਦੇ ਪੜਨ ਦੇ ਵੀ ਦੋ ਪ੍ਰਕਾਰ ਨੇ, ਸੁਣੋ ਜੀ। ਪਟੇਬਾਜ ਇੱਕ ਸੂਰ ਪ੍ਰਮਾਨੋ। ਇੱਕ ਹੁੰਦਾ ਪਟੇਬਾਜ, ਪਟੇਬਾਜੀ ਦੀ ਵਿਦਿਆ ਜਿਹੜੀ ਆ ਗੱਤਕੇ ਦੀ ਵਿਦਿਆ ਹੁੰਦੀ ਹੈ ਨਾ, ਬੱਚੇ ਖੇਡਦੇ ਹੁੰਦੇ ਆ ਸ਼ਸਤਰ ਵਿਦਿਆ, ਉਹ ਵਿਖਾਵਾ ਕਰਨ, ਜਿਹਨੂੰ ਆਪਾਂ ਕਹਿੰਦੇ ਪ੍ਰਦਰਸ਼ਨੀ ਕਰਨੀ। ਉਹ ਲੜਦੇ ਤਾਂ ਨਹੀਂ, ਮਾਰਦੇ ਤਾਂ ਨਹੀਂ, ਵੱਢਦੇ ਕੱਟਦੇ ਤਾਂ ਨਹੀਂ ਇੱਕ ਦੂਜੇ ਨੂੰ, ਸਿਰਫ ਪ੍ਰਦਰਸ਼ਨ ਕਰਦੇ ਆ। ਉਹ ਜਿਹੜਾ ਕੱਲਾ ਇੱਕ ਤੇ ਹੁੰਦੀ ਹੈ ਪਟੇਬਾਜੀ ਦੀ ਵਿਦਿਆ ਵੀ ਕੇਵਲ ਪ੍ਰਦਰਸ਼ਨ ਵਾਸਤੇ ਹੁੰਦੀ ਹੈ। ਦੂਜੀ ਹੁੰਦੀ ਹੈ ਸੂਰਮਿਆਂ ਦੀ ਲੜਾਈ, ਉਹ ਓਰੀਜਨਲ ਹੁੰਦੀ ਹੈ। ਉੱਥੇ ਵੱਢ ਕੱਟ ਵੀ ਹੁੰਦੀ, ਉੱਥੇ ਲਹੂ ਡੁੱਲਦਾ, ਉੱਥੇ ਸਿਰ ਵੱਢੇ ਜਾਂਦੇ, ਉੱਥੇ ਬਾਹਾਂ ਵੱਢੀਆਂ ਜਾਂਦੀਆਂ, ਉੱਥੇ ਗਰਦਨਾਂ ਦੀ ਰੁੰਡ ਮੁੰਡ ਦੀ ਮਾਲਾ ਉਹ ਖਿੰਡਦੀ ਹੋਈ ਦਿਸਦੀ ਆ, ਉੱਥੇ ਖੂਨ ਦੀਆਂ ਫੁਹਾਰੇ ਦੀਆਂ ਨਦੀਆਂ ਵਹਿੰਦੀਆਂ ਦਿਸਦੀਆਂ ਨੇ। ਉਹ ਵੀ ਹੁੰਦਾ। ਦੋ ਤਰ੍ਹਾਂ ਦੀ ਹੋ ਗਈ ਸ਼ਸਤਰ ਵਿਦਿਆ, ਉੱਥੇ ਵੀ ਚੱਲ ਰਹੀ ਹੈ। ਸ਼ਸਤਰ ਵਿਦਿਆ ਕੇਵਲ ਪ੍ਰਦਰਸ਼ਨ ਵਿੱਚ ਵੀ ਚੱਲ ਰਹੀ ਹੈ। ਜਿੱਥੇ ਪ੍ਰਦਰਸ਼ਨ ਹੁੰਦਾ ਹੈ ਉਹਨੂੰ ਕਹਿੰਦੇ ਨੇ ਪਟੇਬਾਜੀ ਦੀ ਵਿਦਿਆ। ਜਿੱਥੇ ਜੰਗ ਦੇ ਮੈਦਾਨ 'ਚ ਉਹਨੂੰ ਲੜਿਆ ਜਾ ਰਿਹਾ ਹੈ ਉੱਥੇ ਉਹ ਸ਼ਸਤਰ ਚਲਾਉਣ ਦੀ ਵਿਦਿਆ ਉੱਥੇ ਚੱਲ ਰਹੀ। ਇਹ ਦੋ ਪ੍ਰਕਾਰ ਦੀ ਵਿਦਿਆ ਹੋ ਗਈ। ਇੱਕ ਕੀ ਨਿਸ਼ਫਲ ਝੂਠੀ ਲਖਨੀ। ਕਹਿੰਦੇ ਇੱਕ ਦੀ ਨਿਸ਼ਫਲ ਹੈ, ਉਹਨੇ ਕੇਵਲ ਆਪਣੇ ਅਭਿਆਸ ਵਾਸਤੇ ਹੀ ਕਰਨਾ, ਵਿਖਾਣ ਵਾਸਤੇ, ਲੋਕਾਂ ਨੂੰ ਸਮੋਹਿਤ ਕਰਨ ਵਾਸਤੇ ਵੀ ਪਟੇਬਾਜੀ ਦੀ ਵਿਦਿਆ, ਕਿ ਲੋਕ ਵੇਖਣ ਵਾਹ ਵਾਹ ਕਰਨ, ਉਹਨੇ ਸਿਰਫ ਇੱਕ ਲਈ। ਇੱਕ ਦੀ ਨਿਸ਼ਫਲ ਹੋ ਗਈ, ਉਹ ਲੜਾਈ ਦੇ ਕੰਮ ਨਹੀਂ ਆਈ, ਕੇਵਲ ਵਿਖਾਵੇ ਵਾਸਤੇ ਕੀਤੀ। ਹਾਂ, ਉਹਦੇ ਲਈ ਅਭਿਆਸ ਤਾਂ ਚਾਹੀਦਾ ਹੀ ਹੈ ਨਾ। ਅਭਿਆਸ ਕਰਨਗੇ ਸ਼ਸਤਰ ਵਿਦਿਆ ਦਾ, ਤਦੇ ਜੰਗ ਦੇ ਮੈਦਾਨ ਵਿੱਚ ਉਹਦੀ ਵਰਤੋਂ ਕਰਨਗੇ।
ਪਰ ਉਹ ਕੇਵਲ ਅਭਿਆਸ ਹੈ ਬਾਹਰਲਾ, ਉਹ ਵਿਖਾਵਾ ਹੈ, ਉਹ ਨਿਸ਼ਫਲ ਹੀ ਹੋਇਆ ਨਾ ਇੱਕ ਪ੍ਰਕਾਰ ਦਾ, ਜਿਹਦੇ ਨਾਲ ਕੇਵਲ ਲੋਕਾਂ ਨੂੰ ਵਿਖਾ ਕੇ ਪ੍ਰਸੰਨ ਕੀਤਾ। ਹੋਤ ਸਫਲ ਦੂਸਰ ਸਿੱਖ ਸਿੱਖਨੀ। ਕਹਿੰਦੇ ਜਿਹੜੀ ਦੂਸਰੀ ਵਿੱਦਿਆ ਹੈ, ਜੰਗ ਦੇ ਮੈਦਾਨ 'ਚ ਉਹਦੀ ਵਰਤੋਂ ਕਰਨੀ, ਜਿਹੜਾ ਸਿੱਖਿਆ, ਕਹਿੰਦੇ ਉਹ ਸਫਲੀ ਹੋ ਗਈ। ਪਹਿਲਾਂ ਸਫਲੀ ਨਹੀਂ ਹੋਈ। ਸਫਲੀ ਕਦੋਂ ਹੋਈ? ਜਦੋਂ ਰਣ ਭੂਮੀ 'ਚ ਉਹਦੀ ਵਰਤੋਂ ਕੀਤੀ ਗਈ। ਪਟੇ ਬਾਜੇ ਭਾਂਤ ਚਲਾਵੇਂ। ਕਹਿੰਦੇ ਇਹਦੇ 'ਚ ਫਰਕ ਕੀ ਹੈ? ਸੁਣੋ, ਜਿਹੜਾ ਪਟੇਬਾਜ਼ ਹੈ, ਜਿਹਨਾਂ ਯਾਨੀ ਕਿ ਸ਼ਸਤਰ ਵਿੱਦਿਆ ਜਾਂ ਗੱਤਕੇ ਦਾ ਪ੍ਰਦਰਸ਼ਨ ਕਰਦਾ ਹੈ, ਉਹ ਜਦੋਂ ਚਲਾਉਂਦਾ ਹੈ, ਉਹ ਸੋਟੀ ਨਾਲ ਖੇਡਦਾ ਜਾਂ ਤਲਵਾਰ ਨਾਲ ਖੇਡਦਾ ਹੈ। ਜੈਸੇ ਅੰਗ ਛੂਨ ਨਹੀਂ ਪਾਵੇਂ। ਉਹ ਤਲਵਾਰ ਚਲਾਉਂਦਾ ਇਸ ਤਰੀਕੇ ਨਾਲ ਵੀ ਸਰੀਰ ਨੂੰ ਕੱਟੇ ਨਾ, ਆਪਣੇ ਸਰੀਰ ਨੂੰ ਵੀ ਬਚਾਉਂਦਾ, ਜਿਹਦੇ ਨਾਲ ਖੇਡਦਾ ਉਹਦੇ ਸਰੀਰ ਨੂੰ ਵੀ ਤਲਵਾਰ ਨਾਲ ਇਹਨੂੰ ਵੱਢਣਾ ਥੋੜੀ ਹੈ, ਕੱਟੇ ਨਾ, ਉਹ ਬਚਾ ਕੇ ਚਲਾਉਂਦਾ ਹੈ। ਤਿਨ ਕੋ ਤਨ ਰਹਿ ਬਨਿਓ ਬਨਾਇਓ। ਉਹਨਾਂ ਨੇ ਤਲਵਾਰ ਵੀ ਚਲਾਈ ਪਰ ਸਰੀਰ ਬਣਿਆ ਬਣਾਇਆ ਰਿਹਾ। ਤਲਵਾਰ ਵੀ ਚਲਾਈ, ਪਟੇਬਾਜ਼ੀ ਦੀ ਵਿੱਦਿਆ ਵੀ ਕੀਤੀ, ਆਪਣੇ ਸਰੀਰ ਨੂੰ ਬਚਾ ਕੇ ਤਲਵਾਰ ਚਲਾਉਂਦੇ ਰਹੇ। ਉਹਨਾਂ ਦੇ ਸਰੀਰ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਸ਼ਸਤਰ ਘਾਵ ਕੋ ਛੂਨ ਨ ਪਾਇਓ। ਕਿਸੇ ਸ਼ਸਤਰ ਦਾ ਘਾਵ ਜ਼ਖਮ ਉਹਨਾਂ ਦੇ ਸਰੀਰ ਨੂੰ ਛੂ ਨਹੀਂ ਸਕਿਆ। ਏਤ ਜੀਵ ਕਾ ਲੋਕ ਦਿਖਾਵਨ। ਉਹ ਕੇਵਲ ਜੀਵਕਾ ਵਾਸਤੇ, ਕਿਉਂਕਿ ਅਕਸਰ ਪੁਰਾਣੇ ਸਮਿਆਂ ਵਿੱਚ ਇਦਾਂ ਦੀ ਵਿੱਦਿਆ ਲੋਕ ਤਮਾਸ਼ਿਆਂ ਦੇ ਵਿੱਚ ਵਿਖਾਇਆ ਕਰਦੇ ਸਨ, ਉਹ ਆਪਣੀ ਉਪਜੀਵਕਾ ਵਾਸਤੇ ਕਰਿਆ ਕਰਦੇ ਸਨ। ਪੜਤ ਸੋ ਇੱਕ ਨਹਿ ਕਰੇ ਕਮਾਵਨ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਕੇਵਲ ਪੜ੍ਹਦੇ ਨੇ ਪਰ ਉਹਦੀ ਕਮਾਈ ਨਹੀਂ ਕਰਦੇ, ਤਿਨ ਕੋ ਨਿਸ਼ਫਲ ਐਸੇ ਜਾਨੋ। ਉਹਨਾਂ ਨੂੰ ਇਸ ਤਰ੍ਹਾਂ ਨਿਸ਼ਫਲ ਜਾਣ ਲਵੋ ਵੀ ਉਹਨਾਂ ਨੇ ਤਲਵਾਰਾਂ ਬੜੀਆਂ ਚਲਾਈਆਂ ਪਰ ਆਪਣੇ ਸਰੀਰ ਤੇ ਨਹੀਂ ਕੋਈ ਵੱਜੀ, ਬਾਹਰ ਬੜੀਆਂ ਚਲਾਈਆਂ ਪਰ ਆਪਣੇ ਸਰੀਰ ਤੇ ਨਹੀਂ ਕੋਈ ਲੱਗੀ। ਪਟੇਬਾਜ਼ੀ ਦੀ ਵਿੱਦਿਆ ਬੜੀ ਕੀਤੀ, ਬੜਾ ਗੱਤਕਾ ਖੇਡਿਆ ਤਲਵਾਰ ਨਾਲ, ਪਰ ਆਪਣੇ ਸਰੀਰ ਦੇ ਉੱਤੇ ਰੰਚਕ ਭਰ ਵੀ ਘਾਵ ਨਹੀਂ ਲੱਗਾ। ਜੈਸੇ ਕਨ ਜਲਹੀਨ ਪਛਾਨੋ। ਕਹਿੰਦੇ ਇਸੇ ਤਰ੍ਹਾਂ ਜਿਹੜਾ ਕੇਵਲ ਪੜ੍ਹੇ ਪਰ ਕਮਾਵੇ ਨਾ, ਮਹਾਰਾਜ ਜੀ ਕਹਿੰਦੇ ਤਲਵਾਰਾਂ ਦਾ ਬੜੀਆਂ ਚਲਾਈਆਂ, ਗਿਆਨ ਦੀਆਂ ਗੱਲਾਂ ਦਾ ਬੜੀਆਂ ਕਹੀਆਂ, ਪਰ ਆਪਣੇ ਤੇ ਅਸਰ ਨਹੀਂ ਕੀਤੀਆਂ, ਆਪਣੇ ਤੇ ਉਹਦਾ ਕੋਈ ਅਸਰ ਨਹੀਂ ਹੋਇਆ, ਕੋਈ ਪ੍ਰਭਾਵ ਨਹੀਂ ਹੋਇਆ। ਕਿਵੇਂ? ਜਿਵੇਂ ਬਦਲੀਆਂ ਜੀਆਂ ਤਾਂ ਆਈਆਂ ਪਰ ਵਿੱਚ ਪਾਣੀ ਕੋਈ ਨਹੀਂ ਸੀ। ਪਾਣੀ ਤੋਂ ਬਿਨਾਂ ਬਦਲੀਆਂ ਕਿਹੜੇ ਕੰਮ ਦੀਆਂ? ਨਿਸ਼ਫਲ ਨੇ। ਹਾਂਜੀ। ਇੱਕ ਜੋ ਸੂਰ ਸੰਤ ਇਸ ਰੀਤੀ। ਇੱਕ ਹੁੰਦੇ ਨੇ ਸੂਰਮੇ ਸੰਤ ਬਿਰਤੀ ਵਾਲੇ, ਜਿਹੜੇ ਸੰਤ ਜਨ ਹਨ। ਪੜੇ ਸੁਨੇ ਸਤ ਸੰਗ ਸਪ੍ਰੀਤੀ। ਉਹ ਪੜ੍ਹਦੇ ਵੀ ਨੇ, ਸੁਣਦੇ ਵੀ ਨੇ, ਬੜੇ ਪ੍ਰੇਮ ਨਾਲ ਸੰਗਤ ਕਰਦੇ ਨੇ। ਜਾਣੇ ਵੱਡ ਅਗਿਆਨ ਆਰਾਤੀ। ਉਹ ਕੀ ਕਰਦੇ ਆ? ਉਹ ਜੰਗ ਦੇ ਮੈਦਾਨ 'ਚ ਲੜਦੇ ਆ। ਉਹ ਇਹ ਵੇਖਦੇ ਆ ਵੀ ਜਿਹੜਾ ਅਗਿਆਨ ਹੈ ਇਹ ਸਾਡਾ ਦੁਸ਼ਮਣ ਹੈ। ਅਗਿਆਨ ਨੂੰ ਆਪਣਾ ਦੁਸ਼ਮਣ ਜਾਣ ਕੇ, ਵੱਡਾ ਦੁਸ਼ਮਣ ਜਾਣ ਕੇ, ਤੈਂ ਕੋ ਹਨਨ ਕਰੇ ਪਲ ਪਾਂਤੀ। ਉਹ ਆਪਣਾ ਇਹ ਜਿਹੜਾ ਪੜ੍ਹਿਆ ਲਿਖਿਆ ਵਿੱਦਿਆ ਹੈ ਜਾਂ ਜਿਹੜਾ ਇਹ ਭਗਤੀ ਕੀਤੀ ਹੋਈ ਹੈ, ਇਹਨੂੰ ਫਿਰ ਉਸ ਅਗਿਆਨ ਰੂਪੀ ਦੁਸ਼ਮਣ ਨੂੰ ਮਾਰਨ ਵਾਸਤੇ ਤਲਵਾਰ ਚਲਾਉਂਦੇ। ਉਹ ਵਿਖਾਵੇ ਵਾਸਤੇ ਨਹੀਂ ਚਲਾਉਂਦੇ, ਉਹ ਮਾਰਨ ਵਾਸਤੇ ਵੀ ਅਗਿਆਨ ਨੂੰ ਮਾਰਨਾ ਹੈ, ਅਗਿਆਨ ਰੂਪੀ ਦੁਸ਼ਮਣ ਨੂੰ ਮਾਰਨ ਵਾਸਤੇ ਆਪਣੇ ਸ਼ਸਤਰ ਚਲਾਉਂਦੇ ਹੈ। ਯਾਨੀ ਕਿ ਜੋ ਪੜ੍ਹਿਆ ਹੋਇਆ ਉਸ ਗਿਆਨ ਨੂੰ ਅਗਿਆਨ ਦੀ ਨਿਰਵਿਰਤੀ ਲਈ ਵਰਤਦੇ ਹਨ। ਕਾਮ ਕ੍ਰੋਧ ਲੋਭ ਅਹੰਕਾਰ। ਕਾਮ ਕ੍ਰੋਧ ਲੋਭ ਹੰਕਾਰ ਜਿਹੜੇ ਵਿਕਾਰ ਹਨ, ਇਹ ਤੈਂ ਅੰਗ ਜੋ ਕਰੇ ਪ੍ਰਹਾਰ। ਇਹ ਵੀ ਅੱਗੋਂ ਵਾਰ ਕਰਦੇ ਆ ਇਹਨਾਂ ਦੇ ਉੱਤੇ, ਇਹ ਵੀ ਅੱਗੋਂ ਆਪਣੇ ਸ਼ਸਤਰ ਅਸਤਰ ਚਲਾਉਂਦੇ ਹਨ। ਸਤ ਗੁਰ ਸ਼ਬਦ ਸ਼ਸਤਰ ਜਿਨ ਕੇਰੇ। ਕਰੇ ਪ੍ਰਹਾਰ ਨਾ ਲਾਵੇਂ ਦੇਰੇ। ਜਿਨ੍ਹਾਂ ਕੋਲ ਸਤਿਗੁਰਾਂ ਦੇ ਸ਼ਬਦ ਦਾ ਸ਼ਸਤਰ ਹੈ ਵਾਹਿਗੁਰੂ, ਇਹ ਖੰਡਾ ਜਿਨ੍ਹਾਂ ਦੇ ਹੱਥ ਵਿੱਚ ਹੈ, ਫਿਰ ਇਹ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਜਦੋਂ ਹਮਲਾ ਕਰਦੇ ਆ ਨਾ, ਇਸ ਖੰਡੇ ਨਾਲ ਤੋੜ ਤੋੜ ਕੇ ਨਾ ਵਿਕਾਰਾਂ ਦੇ ਆਹੂ ਲਾ ਕੇ ਮਿੱਟੀ 'ਚ ਗਰਕ ਕਰ ਦਿੰਦਾ ਹੈ। ਸਤਿ ਸ੍ਰੀ ਅਕਾਲ। ਸਤਿਗੁਰਾਂ ਦੇ ਸ਼ਬਦ ਰੂਪੀ ਸ਼ਸਤਰ ਨਾਲ, ਗੁਰਬਾਣੀ ਸਾਰੀ ਸ਼ਬਦ ਹੈ, ਇਸ ਸ਼ਸਤਰ ਨਾਲ ਉਹ ਇਹਨਾਂ ਵਿਕਾਰਾਂ ਨੂੰ ਤੋੜ ਕੇ ਖੰਡ ਖੰਡ ਕਰਕੇ ਰਣ ਭੂਮੀ ਵਿੱਚ ਮਾਰ ਸੁੱਟਦਾ ਹੈ। ਨਿਤ ਪ੍ਰਤ ਛੇਦੇ ਸਨਮੁਖ ਹੋਈ। ਸਨਮੁਖ ਹੋ ਕੇ ਨਿਤਾ ਪ੍ਰਤੀ ਇਹਨਾਂ ਨੂੰ ਕੱਟਦਾ, ਇਹਨਾਂ ਨੂੰ ਵੱਢਦਾ ਹੈ। ਉਹ ਪ੍ਰਦਰਸ਼ਨ ਨਹੀਂ ਕਰਦਾ ਕੱਲਾ, ਉਹ ਕੱਲਾ ਵਿਖਾਵਾ ਨਹੀਂ ਕਰਦਾ,
ਗਿਆਨ ਦੀਆਂ ਗੱਲਾਂ ਹੀ ਨਹੀਂ ਕਰਦਾ, ਉਸ ਗਿਆਨ ਨੂੰ ਆਪਣੇ ਹਿਰਦੇ 'ਚ ਵਸਾ ਕੇ ਇਹਨਾਂ ਵਿਕਾਰਾਂ ਨਾਲ ਜੂਝਦਾ ਹੈ, ਇਹਨਾਂ ਨਾਲ ਲੜਦਾ ਹੈ। ਸੂਰਨ ਕੀ ਵਿਦਿਆ ਹੈ ਸੋਈ। ਇਹ ਹੈ ਸੂਰਮਿਆਂ ਦੀ ਵਿਦਿਆ। ਇੱਕ ਹੁੰਦੀ ਕੱਲੀ ਵਿਖਾਵੇ ਵਾਲੀ ਵਿਦਿਆ, ਇੱਕ ਹੁੰਦੀ ਸੂਰਮਿਆਂ ਦੀ ਵਿਦਿਆ ਜਿਹਨੇ ਵਰਤੋਂ ਕੀਤੀ। ਇੱਕ ਨੇ ਕੇਵਲ ਵਰਤੋਂ ਨਹੀਂ ਕੀਤੀ, ਵਿਖਾਇਆ। ਮਹਾਰਾਜ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਸੰਤ ਜਾਣਦੇ ਉਹ ਵਰਤਦੇ ਆ ਇਸ ਵਿਦਿਆ ਨੂੰ। ਇਹ ਸੂਰਮਿਆਂ ਦੀ ਵਿਦਿਆ ਹੈ। ਪੁਨ ਇੱਕ ਔਰ ਸੁਨੋ ਦ੍ਰਿਸ਼ਟਾਂਤਾ। ਪਾਤਸ਼ਾਹ ਕਹਿੰਦੇ ਇਹਦੇ ਤੇ ਇੱਕ ਹੋਰ ਦ੍ਰਿਸ਼ਟਾਂਤ ਹੈ, ਉਹ ਵੀ ਸੁਣੋ। ਮਹਾਰਾਜ ਜੀ ਕਹਿੰਦੇ ਤੁਸੀਂ ਉਹ ਕੱਲੇ ਪੜ੍ਹਦੇ, ਵੇਦ ਪੜ੍ਹਦੇ ਹੋ, ਸ਼ਾਸਤਰ। ਮਹਾਰਾਜ ਕਹਿੰਦੇ ਪੜ੍ਹਨਾ ਮਾੜਾ ਨਹੀਂ, ਪਰ ਤੁਸੀਂ ਪੜ੍ਹ ਕੇ ਕੇਵਲ ਲੋਕਾਂ ਨੂੰ ਹੀ ਸੁਣਾਉਂਦੇ ਜੇ। ਆਪ ਹਿਰਦੇ ਵਿੱਚ ਵਿਸ਼ੇ ਵਾਸ਼ਨਾਵਾਂ ਦੀ ਪ੍ਰਬਲਤਾ ਹੈ, ਬਹੁਲਤਾ ਹੈ। ਇਸ ਕਰਕੇ ਇਹ ਉਦਾਹਰਣ ਦਿੱਤੀ ਹੈ ਮਹਾਰਾਜ ਜੀ ਨੇ ਵੀ ਦੋ ਤਰ੍ਹਾਂ ਦੀ ਪੜ੍ਹਨੀਆਂ ਵਿਦਿਆ, ਇੱਕ ਪਟੇਬਾਜੀ, ਇੱਕ ਸੂਰਮਿਆਂ ਦੀ ਵਿਦਿਆ। ਇੱਕ ਨੇ ਕੱਲਾ ਪ੍ਰਦਰਸ਼ਨ ਕੀਤਾ, ਇੱਕ ਜੰਗ ਦੇ ਮੈਦਾਨ 'ਚ ਲੜਦਾ। ਜਿਹੜਾ ਜੰਗ ਦੇ ਮੈਦਾਨ 'ਚ ਲੜਦਾ ਉਹ ਸਫਲ ਹੈ ਉਹਦੀ ਵਿਦਿਆ, ਜਿਹੜਾ ਕੇਵਲ ਵਿਖਾਵੇ ਵਾਸਤੇ ਕਰ ਰਿਹਾ ਉਹ ਨਿਸ਼ਫਲ ਹੈ। ਮਹਾਰਾਜ ਜੀ ਕਹਿੰਦੇ ਤੁਸੀਂ ਜਿੰਨੇ ਵੇਦ ਆਦਿਕ ਪੜ੍ਹਦੇ ਪੜ੍ਹਾਉਂਦੇ ਹੋ ਵਿਖਾਵੇ ਲਈ ਕਰ ਰਹੇ ਹੋ। ਜਿਹੜੇ ਕਰਮ 'ਚ ਵਿਖਾਵਾ ਆ ਜੇ ਉਹ ਪਖੰਡ ਹੈ, ਉਹ ਕਿਸੇ ਕੰਮ ਦਾ ਨਹੀਂ। ਮਹਾਰਾਜ ਜੀ ਕਹਿੰਦੇ ਇਹਦੇ ਉੱਤੇ ਹੋਰ ਵੀ ਉਦਾਹਰਣ ਦਿੰਦੇ ਹਾਂ, ਅਸੀਂ ਹੋਰ ਪ੍ਰਮਾਣ ਵੀ ਦਿੰਦੇ ਹਾਂ। ਅੱਗੇ ਕਥਾ ਵਿਸਥਾਰ ਵਾਲੀ ਹੈ, ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਇਹ ਬਚਨ ਸਰਵਣ ਕਰੋਗੇ। ਮਹਾਂਪੁਰਸ਼ ਫਰਮਾਇਆ ਕਰਦੇ, ਕਹਿੰਦੇ ਇੱਕ ਬੀਬੀ ਸੀ ਗੁਜਰੀ, ਦੁੱਧ ਵੇਚਣ ਜਾਂਦੀ ਨਗਰ 'ਚ। ਰਸਤੇ ਵਿੱਚ ਇੱਕ ਨਦੀ ਆਉਂਦੀ, ਉਹਨੇ ਰੋਜ਼ ਕਿਸ਼ਤੀ 'ਚ ਬਹਿ ਕੇ ਪਾਰ ਕਰਨਾ। ਤੁਰੀ ਜਾਂਦੀ ਨੇ ਇੱਕ ਪੰਡਤ ਜੀ ਦੇ ਮੂੰਹੋਂ ਕਥਾ ਸੁਣੀ। ਪੰਡਤ ਜੀ ਕਥਾ ਪੇ ਕਰਨ ਤੇ ਆਖਣ, ਰਾਮ ਰਾਮ ਕਰਦਿਆਂ ਭਵ ਸਾਗਰ ਤਰ ਜਾਈਦਾ। ਉਸ ਗੁਜਰੀ ਨੇ ਉਹ ਕਥਾ ਸੁਣੀ, ਪੱਲੇ ਬੰਨ੍ਹ ਲਈ, ਰਾਮ ਰਾਮ ਜਪਣ ਲੱਗ ਪਈ। ਆਖਿਆ ਇੱਕ ਦਿਨ ਸੋਚ ਕੇ ਮਨ 'ਚ ਵੇਖਦੀ ਵੀ ਜੇ ਰਾਮ ਰਾਮ ਕਰਦਿਆਂ ਭਵ ਸਾਗਰ ਤਰ ਜਾਈਦਾ, ਇਹ ਤਾਂ ਛੋਟੀ ਜੀ ਨਦੀ ਹੈ, ਮੈਂ ਜ਼ਰੂਰੀ ਕਿਸ਼ਤੀ ਤੇ ਬਹਿ ਕੇ ਆਉਣਾ, ਇਹਨੂੰ ਤਰਨਾ ਕਿਹੜਾ ਔਖਾ। ਉਹਨੇ ਰਾਮ ਰਾਮ ਕੀਤਾ ਤੇ ਨਦੀ ਦੇ ਪਾਣੀ ਉੱਤੇ ਪੈਦਲ ਟੁਰ ਕੇ ਪਾਰਲੇ ਪਾਸੇ ਨਿਸ਼ਚਾ ਬਣ ਗਿਆ। ਭਜਨ ਕਰਦਿਆਂ ਕਰਦਿਆਂ ਇੱਕ ਦਿਨ ਸੁਰਤ ਆਈ ਤੇ ਮਨ 'ਚ ਸੋਚਿਆ ਵੀ ਜਿਸ ਪੰਡਤ ਜੀ ਨੇ ਮੈਨੂੰ ਇਸ ਪਾਸੇ ਲਾਇਆ, ਉਹਨਾਂ ਨੂੰ ਘਰ ਬੁਲਾ ਕੇ ਉਹਨਾਂ ਦੀ ਸੇਵਾ ਟਹਿਲ ਕਰਾਂ। ਜਾ ਕੇ ਪੰਡਤ ਜੀ ਨੂੰ ਬੇਨਤੀ ਕੀਤੀ, ਪੰਡਤ ਜੀ ਮੇਰਾ ਜੀਵਨ ਸਵਰ ਗਿਆ ਤੁਹਾਡੇ ਬਚਨ ਸੁਣ ਕੇ, ਕਿਰਪਾ ਕਰੋ ਮੇਰੇ ਨਾਲ ਚੱਲੋ ਤੇ ਘਰ ਚੱਲ ਕੇ ਮੈਂ ਤੁਹਾਡੀ ਸੇਵਾ ਟਹਿਲ ਕਰਾਂ। ਪੰਡਤ ਜੀ ਵੀ ਚੱਲ ਪਏ। ਨਦੀ ਆਈ, ਪੰਡਤ ਜੀ ਨਦੀ ਕਿਨਾਰੇ ਖਲੋ ਗਏ ਤੇ ਉਡੀਕਣ ਵੀ ਹੁਣ ਕਿਸ਼ਤੀ ਆਵੇ ਤੇ ਪਾਰ ਜਾਈਏ। ਉਹ ਜਿਹੜੀ ਲੜਕੀ ਸੀ ਗੁਜਰੀ, ਉਹ ਬੋਲੀ, ਕਹਿਣ ਲੱਗੀ, ਪੰਡਤ ਜੀ ਤੁਸਾਂ ਹੀ ਤਾਂ ਕਿਹਾ ਸੀ ਰਾਮ ਰਾਮ ਕਰਦਿਆਂ ਭਵ ਸਾਗਰ ਤਰ ਜਾਈਦਾ, ਮੈਂ ਤਾਂ ਰੋਜ਼ ਰਾਮ ਰਾਮ ਕਰਦਿਆਂ ਇਸ ਨਦੀ ਨੂੰ ਤਰ ਜਾਨੀ ਤਾਂ ਕੁਝ ਵੀ ਨਹੀਂ। ਪੰਡਤ ਜੀ ਸੋਚਣ ਵੀ ਆਪਣੇ ਕਹੇ 'ਚ ਆਪ ਹੀ ਫਸ ਗਏ, ਹੁਣ ਤਾਂ ਕਿਵੇਂ ਜਾਈਏ ਪਾਰ। ਹੁਣ ਨਾ ਆਖਣ ਤੇ ਤਾਂ, ਜੇ ਹਾਂ ਆਖਣ ਤਾਂ ਕਰੀਏ ਤਾਂ ਕਰੀਏ ਕੀ, ਟੁਰ ਪਏ। ਉਹ ਬੀਬੀ ਤਾਂ ਰਾਮ ਰਾਮ ਕਰਦਿਆਂ ਉੱਤੋਂ ਤਰ ਕੇ ਪਾਰਲੇ ਪਾਸੇ ਜਾਣ ਲੱਗ ਪਏ। ਪੰਡਤ ਜੀ ਅੱਧ ਕੁ 'ਚ ਪਹੁੰਚੇ ਤੇ ਗੋਤੇ ਖਾਣ ਲੱਗੇ। ਉਸ ਗੁਜਰੀ ਨੇ ਹੱਥ ਫੜਿਆ, ਬਾਂਹ ਫੜੀ, ਕਹਿੰਦਾ ਬਚਾਓ। ਉਹਨੇ ਬਾਂਹ ਫੜੀ ਤੇ ਉਹਨੇ ਵੀ ਇਹਨੂੰ ਵੀ ਪਾਰ ਲੈ ਲਿਆ। ਮਹਾਂਪੁਰਸ਼ੇ ਬਚਨ ਸੁਣਾਇਆ ਕਹਿਆ ਕਰਦੇ, ਕਹਿੰਦੇ ਸਾਡੇ ਵਰਗੇ ਜਿਹੜੇ ਕਥਾਕਾਰ ਨੇ ਗਿਆਨੀ, ਉਸ ਪੰਡਤ ਵਾਂਗੂ ਨੇ। ਤੁਹਾਡੇ ਚੋਂ ਕੋਈ ਸਰੋਤਾ ਸੁਣ ਕੇ ਕਮਾ ਲਏਗਾ ਤੇ ਸਾਡੇ ਵਰਗੇ ਡੁੱਬਦਿਆਂ ਦੀ ਵੀ ਬਾਂਹ ਫੜ ਕੇ ਤਾਰ ਲਵੇਗਾ। ਇਸ ਭਾਵਨਾ ਨਾਲ ਹੀ ਦਾਸ ਤਾਂ ਕਥਾ ਦੀ ਹਾਜ਼ਰੀ ਭਰਦਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਸਾਹਿਬ ਜੀ ਥਾਏ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਅਚੁੱਤ ਹੈ ਪਾਰ ਬ੍ਰਹਮ ਨਾਸੀ ਅਗਨਾਸੀ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸੀ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਕੀ ਸਦਾ ਬਬੇਕ ਹੇ ਅਪਰੰਪਰ ਹਰ ਹਰੇ ਪੀਓ ਅਣਿਆਰੇ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਕੋਈ ਐ ਪਰੋਇ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲੇ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ